ਹੈਲੋ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਦਵਿੰਦਰ ਸਿੱਧੂ ਸਕਸੈਸ ਟਰੀ ਪੰਜਾਬ ਉੱਤੇ ਤੁਹਾਡਾ ਸਵਾਗਤ ਕਰਦਾ ਜੀ। ਠੀਕ ਹੈ ਜੀ। ਸੋ ਅੱਜ ਜਿੱਦਾਂ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਆਪਾਂ ਹਫਤੇ ਦੇ 6 ਦਿਨ ਆਪਾਂ ਅਲੱਗ-ਅਲੱਗ ਮੋਡਿਊਲਸ ਨੇ ਉਹ ਆਪਾਂ ਸਟੱਡੀ ਕਰਵਾਉਣੇ ਨੇ। ਠੀਕ ਹੈ ਜੀ, ਫ੍ਰੀ ਆਫ ਕੋਸਟ। ਤੇ ਜਿੱਦਾਂ ਕਿ ਪਹਿਲੇ 2 ਦਿਨ ਕੰਪਲੀਟ ਹੋ ਗਏ ਨੇ, ਰੀਜ਼ਨਿੰਗ ਦੇ ਕੁਆਂਟ ਦੇ ਪਹਿਲੇ ਲੈਕਚਰ ਲੱਗ ਚੁੱਕੇ ਨੇ। ਸੋ ਅੱਜ ਤੀਜਾ ਦਿਨ ਹੈ ਜਿਹਦੇ ਵਿੱਚ ਆਪਾਂ ਜੀਐਸ ਕਵਰ ਕਰਾਂਗੇ। ਠੀਕ ਹੈ। ਤੇ ਜੀਐਸ ਦੇ ਵਿੱਚ ਆਪਾਂ ਜਿਹੜਾ ਸਭ ਤੋਂ ਪਹਿਲਾ ਟੌਪਿਕ ਜਿਹੜਾ ਸਭ ਤੋਂ ਪਹਿਲਾਂ ਆਪਾਂ ਸਬਜੈਕਟ ਚੱਕਣਾ ਹੈ ਉਹ ਹੈਗਾ ਜੀਓਗ੍ਰਾਫੀ। ਜੀਓਗ੍ਰਾਫੀ ਸਬਜੈਕਟ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰਾਂਗੇ। ਠੀਕ ਹੈ ਜੀ। ਤੇ ਆਪਾਂ ਦੇਖਾਂਗੇ ਕਿ ਕਿਹੜੇ ਇੰਪੋਰਟੈਂਟ ਟੌਪਿਕਸ ਨੇ ਜਿੱਥੇ ਬੱਚੇ ਲੈਕ ਕਰ ਰਹੇ ਨੇ। ਜਿੱਦਾਂ ਕਿ ਫੋਰ ਐਗਜ਼ਾਮਪਲ ਮੈਪ ਵਰਕ ਦੇ ਵਿੱਚ ਪੰਜਾਬ ਦੇ ਬੱਚਿਆਂ ਦਾ ਹੱਥ ਬਹੁਤ ਜ਼ਿਆਦਾ ਟਾਈਟ ਹੈ। ਮੈਪ ਵਰਕ ਤੇ ਆਪਾਂ ਜ਼ਿਆਦਾ ਫੋਕਸ ਕਰਾਂਗੇ। ਉਸ ਤੋਂ ਇਲਾਵਾ ਨਾਇਬ ਤਹਿਸੀਲਦਾਰ ਦਾ ਐਗਜ਼ਾਮ ਦੇ ਵਿੱਚ ਜੋ ਜੀਓਗ੍ਰਾਫੀ ਚੋਂ ਪੇਪਰ ਜੋ ਜੀਓਗ੍ਰਾਫੀ ਦੇ ਕੁਐਸਚਨਸ ਆਏ ਨੇ ਹੁਣ, ਠੀਕ ਹੈ, ਆਪਾਂ ਇਸ ਤੋਂ ਸਟਾਰਟਿੰਗ ਦੇ ਵਿੱਚ ਆਪਾਂ ਡਿਸਕਸ ਕਰਨੇ ਨੇ। ਉੱਥੋਂ ਤੁਹਾਨੂੰ ਇਹ ਵੀ ਪਤਾ ਲੱਗੂਗਾ ਕਿ ਪੀਪੀਐਸਸੀ ਨੇ ਆਪਣੀ ਫਿਲਾਸਫੀ ਕਿੱਦਾਂ ਚੇਂਜ ਕਰਤੀ, ਕਿੱਦਾਂ ਉਹ ਕੁਐਸਚਨਸ ਫੈਕਚੁਅਲ ਤੋਂ ਕਨਸੈਪਚੁਅਲ ਸਟੇਜ ਤੇ ਲੈ ਕੇ ਆ ਗਏ ਕੁਐਸਚਨਸ। ਠੀਕ ਹੈ। ਕੋਰ ਜੀਓਗ੍ਰਾਫੀ ਚੋਂ ਕੁਐਸਚਨਸ ਪੁੱਛਣ ਲੱਗੇ। ਜ਼ਿਆਦਾਤਰ ਬੱਚਿਆਂ ਨੇ ਨਾਇਬ ਤਹਿਸੀਲਦਾਰ ਦਾ ਪੇਪਰ ਜਿਨ੍ਹਾਂ ਨੇ ਦਿੱਤਾ ਨਾ, ਉਹਨਾਂ ਨੇ ਐਨਾਲਾਈਜ਼ ਵਗੈਰਾ ਵੀ ਕੀਤਾ ਹੋਊਗਾ। ਠੀਕ ਹੈ। ਇੰਟਰਨੈਟ 'ਤੇ ਬਹੁਤ ਸਾਰੀ ਵੀਡੀਓਜ਼ ਪਈਆਂ ਨੇ ਜਿੱਥੇ ਐਨਾਲਾਈਜੇਸ਼ਨ ਕੀਤੀ ਹੋਈ ਹੈ। ਬਟ ਸਟਿਲ ਆਪਾਂ ਇੱਕ ਅਲੱਗ ਤਰੀਕੇ ਤੋਂ ਨਵੇਂ ਸਿਰੇ ਤੋਂ ਇੱਕ ਇਨੀਸ਼ੀਏਟਿਵ ਲੈ ਰਹੇ ਹਾਂ। ਤਾਂ ਪਹਿਲਾਂ ਆਪਾਂ ਆਪਣੀ ਮਾਈਂਡ ਦੀ ਕਲੈਰਿਟੀ ਵਾਸਤੇ ਦੁਬਾਰੇ ਡਿਸਕਸ ਕਰਾਂਗੇ। ਠੀਕ ਹੈ ਜੀ। ਤੇ ਉਸ ਤੋਂ ਪਹਿਲਾਂ ਆਪਾਂ ਕੁਝ ਥੋੜਾ ਜਿਹਾ ਮੈਥ ਕਰਦੇ ਹਾਂ ਜਿਹੜਾ ਕਿ ਇੰਪੋਰਟੈਂਟ ਹੈ। ਹੁਣ ਆਪਣੇ ਮੂਹਰੇ ਕਿਹੜੇ ਪੇਪਰ ਆ ਰਹੇ ਨੇ? ਸੀਨੀਅਰ ਅਸਿਸਟੈਂਟ ਤੇ ਕੋਆਪਰੇਟਿਵ ਇੰਸਪੈਕਟਰ। ਠੀਕ ਹੈ ਜੀ। ਇਹਦੇ ਵਿੱਚੋਂ ਦੋਨਾਂ ਪੇਪਰਾਂ ਦੇ ਵਿੱਚ ਇੱਕੋ ਹੀ ਮਤਲਬ ਕਿ ਜਿਹੜਾ ਕੁਐਸਚਨਸ ਨੇ 120 ਕੁਐਸਚਨਸ ਨੇ ਤੇ ਮੈਥ ਤੇ ਜੀਐਸ। ਮੈਥ ਦੇ 40 ਨੇ, ਮੈਥ ਦੇ ਵਿੱਚ ਇਨਕਲੂਡ ਕਰ ਲਓ ਰੀਜ਼ਨਿੰਗ। ਠੀਕ ਹੈ। ਇਹਦੇ 'ਚ ਵੀ 40 ਨੇ, ਕੋਆਪਰੇਟਿਵ ਇੰਸਪੈਕਟਰ 'ਚ ਇਹਦੇ 'ਚ 80 ਨੇ ਤੇ ਇਹਦੇ 'ਚ 80 ਨੇ। ਹੁਣ ਮੇਰੇ ਅਕੋਰਡਿੰਗ, ਠੀਕ ਹੈ, ਮੇਰੇ ਅਕੋਰਡਿੰਗ ਜਾਂ ਸਾਡੀ ਟੀਮ ਨੇ ਜੋ ਬ੍ਰੇਨਸਟੋਰਮਿੰਗ ਕੀਤੀ ਹੈ, ਸਾਡੀ ਜਿਹੜੀ ਮਤਲਬ ਟਾਰਗੇਟ ਰਹੂਗਾ ਬੱਚਿਆਂ ਦਾ ਉਹ ਰਹੂਗਾ ਕਿ ਸਾਡੇ ਬੱਚੇ ਸਕੋਰ ਕਰਨ 90 ਮਾਰਕਸ ਓਵਰਆਲ। ਜੇ ਤੁਸੀਂ 90 ਮਾਰਕਸ ਸਕੋਰ ਕਰਦੇ ਹੋ, 85 to 90 ਲਾ ਲਓ, 85 to 90 ਲਾ ਲਓ, 85 to 90। ਜੇ ਤੁਸੀਂ 85 to 90 ਸਕੋਰ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਥੋੜੀ ਦਿਲ ਨੂੰ ਤਸੱਲੀ ਦੇ ਸਕਦੇ ਹੋ, ਤੁਸੀਂ ਕੱਟ ਆਫ 'ਚ ਆ ਸਕਦੇ ਹੋ। ਕੱਟ ਆਫ ਘੱਟ ਵੀ ਜਾ ਸਕਦੀ ਹੈ, ਮੈਂ ਇੱਦਾਂ ਨਹੀਂ ਕਹਿੰਦਾ ਵੀ ਹਾਂ ਵੀ ਕੱਟ ਆਫ 85 ਜਾਂ 90 ਹੀ ਜਾਊਗੀ, ਬਟ ਤੁਸੀਂ ਟਾਰਗੇਟ 85 ਜਾਂ 90 ਨੂੰ ਕਰਨਾ ਹੈ। ਕੱਟ ਆਫ ਚਾਹੇ 75 ਚੱਲ ਜੇ ਜਾਂ 78 80 ਚੱਲ ਜੇ, ਪਰ ਆਪਾਂ ਨੂੰ ਥੋੜਾ ਜਿਹਾ ਵੱਧ ਐਫਰਟ ਲਾਉਣਾ ਹੀ ਪੈਣਾ ਕਿਉਂਕਿ ਕੰਪੀਟੀਸ਼ਨ ਬਹੁਤ ਹਾਰਡ ਹੋਇਆ ਹੋਇਆ। ਠੀਕ ਹੈ ਜੀ। ਤੇ ਪੋਸਟਾਂ ਇੰਨੀਆਂ ਨਿਕਲਦੀਆਂ ਨਹੀਂ ਹੈਗੀਆਂ। ਸੋ ਆਪਾਂ ਇਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਤਿਆਰੀ ਇਸ ਤਰੀਕੇ ਨਾਲ ਕਰਨੀ ਆ। ਹੁਣ ਮੈਥ ਦੇ ਵਿੱਚੋਂ, ਮੈਥ ਰੀਜ਼ਨਿੰਗ ਦੇ ਵਿੱਚੋਂ, ਠੀਕ ਹੈ, ਕੋਈ ਵੀ ਬੱਚਾ ਆਰਾਮ ਨਾਲ 40 ਚੋਂ 32 ਪਲੱਸ 33 ਪਲੱਸ ਸਕੋਰ ਗੇਨ ਕਰ ਸਕਦਾ। ਇੰਨੇ 33 ਜਾਂ 30 ਪਲੱਸ ਤਾਂ ਬੱਚਾ ਕਰ ਹੀ ਸਕਦਾ ਹੈ ਜਿਹੜਾ ਬੱਚਾ ਮਤਲਬ ਰੀਜ ਨਾਲ ਤਿਆਰੀ ਕਰਦਾ ਹੈ। ਠੀਕ ਹੈ ਜੀ। ਪਲੱਸ ਜੀਓਗ੍ਰਾਫੀ ਵਿੱਚੋਂ ਆਪਾਂ ਲੈਣੇ ਨੇ 60 ਮਾਰਕਸ, ਮਿਨੀਮਮ 60 ਮਾਰਕਸ ਆਪਾਂ ਲੈਣੇ ਨੇ। 20 ਕੁਐਸਚਨਸ ਤਾਂ ਹਰੇਕ ਸਬਜੈਕਟ ਸਪੈਸੀਫਿਕ ਹੁੰਦੇ ਨੇ ਜਿਹੜੇ ਆਪਣੇ ਮਤਲਬ ਕਿ ਡਾਈਸੀ ਜੀ ਫਾਰਮ 'ਚ ਹੁੰਦੇ ਨੇ। ਉਹ ਆਪਾਂ ਨੂੰ ਮਤਲਬ ਕਿ 50-50 ਹੁੰਦੇ ਆ ਜਾਂ ਆਪਾਂ ਨੂੰ ਨਹੀਂ ਆਉਂਦੇ ਜਾਂ ਕੁਐਸਚਨ ਦਾ ਲੈਵਲ ਹੀ ਬਹੁਤ ਡਿਫਿਕਲਟ ਹੁੰਦਾ। ਠੀਕ ਹੈ। ਉਹ ਹਰੇਕ ਪੇਪਰ 'ਚ ਹੁੰਦਾ। ਠੀਕ ਹੈ। ਤੁਸੀਂ ਜਿਹੜਾ ਮਰਜ਼ੀ ਪੇਪਰ ਦੇ ਲਓ, ਡਿਫਿਕਲਟ ਕੁਐਸਚਨਸ ਤੁਹਾਨੂੰ ਮਿਲਣਗੇ ਜੀਐਸ 'ਚ। ਪਰ ਜਿਹੜੇ ਕੁਐਸਚਨ ਡੂਏਬਲ ਨੇ, ਠੀਕ ਹੈ, ਜਿਹੜੇ ਕੁਐਸਚਨ ਈਜ਼ੀ ਜਾਂ ਆਪਣੇ ਮੀਡੀਓਕਰ ਲੈਵਲ 'ਚ ਆਉਂਦੇ ਨੇ, ਆਪਾਂ ਉਹ ਨਹੀਂ ਛੱਡਣੇ। ਡਿਫਿਕਲਟ ਸਾਰਿਆਂ ਨੇ ਡਿਫਿਕਲਟ ਨੇ, ਪਰ ਬੱਚੇ ਕੱਟ ਆਫ 'ਚ ਉਹੀ ਕਲੀਅਰ ਕਰਦੇ ਨੇ ਜਿਹੜੇ ਈਜ਼ੀ ਤੇ ਮੀਡੀਓਕਰ ਕੁਐਸਚਨ ਗਲਤ ਨਹੀਂ ਕਰਦੇ, ਕਿਉਂਕਿ ਨੈਗੇਟਿਵ ਮਾਰਕਿੰਗ ਵੀ ਹੈਗੀ ਨਾ, ਇਹ ਵੀ ਯਾਦ ਰੱਖਿਓ। ਆਪਾਂ ਈਜ਼ੀ ਤੇ ਮੀਡੀਓਕਰ ਕੁਐਸਚਨ ਗਲਤ ਨਹੀਂ ਕਰਨੇ, ਨੈਗੇਟਿਵ ਐਲੀਮੀਨੇਸ਼ਨ ਦਾ ਤੇ ਆਪਾਂ ਜ਼ੋਰ ਦੇਣਾ ਬਹੁਤ ਜ਼ਿਆਦਾ। ਠੀਕ ਹੈ। ਤੇ ਆਪਾਂ ਛੋਟੀ ਗਲਤੀਆਂ, ਹਿਊਮਨ ਐਰਰ ਆ ਜਿਹੜਾ, ਆਪਾਂ ਉਹ ਤੇ ਉੱਤੇ ਕੰਮ ਕਰਨਾ ਹੈ ਤੇ ਕੁਐਸਚਨਸ ਗਲਤ ਨਹੀਂ ਕਰਨੇ। ਠੀਕ ਹੈ ਜੀ। ਸੋ 33 ਪਲੱਸ 60 ਆਪਣੇ ਕਿੰਨੇ ਬਣ ਗਏ? 93। ਇੰਨਾ ਤਾਂ ਟਾਰਗੇਟ ਲੈ ਕੇ ਚੱਲੋ ਵੀ 93 ਤੁਸੀਂ ਸਕੋਰ ਕਰਨੇ ਨੇ। ਠੀਕ ਹੈ ਜੀ। ਮੈਂ ਹੁਣ ਇਹਦੇ ਵਿੱਚ ਉਹ 'ਚ ਨਹੀਂ ਜਾਊਂਗਾ, ਕੈਟੇਗਰੀ ਵਾਈਜ਼ ਨਹੀਂ ਜਾਊਂਗਾ ਵੀ ਆਹ ਵਾਲੀ ਕੈਟੇਗਰੀ ਨੂੰ ਇੰਨੇ ਲੈਣੇ ਪੈਣਗੇ। ਹਰੇਕ ਬੱਚਾ, ਪੰਜਾਬ ਦੇ ਜਿਹੜੇ ਬੱਚੇ ਪੇਪਰ ਦੇਣਾ ਚਾਹੁੰਦੇ ਨੇ, 93 ਜਾਂ 90 ਪਲੱਸ ਨੰਬਰਾਂ ਦਾ ਟਾਰਗੇਟ ਲੈ ਕੇ ਰੱਖੋ। ਠੀਕ ਹੈ। ਤੁਸੀਂ ਜ਼ਿਆਦਾ ਟਾਰਗੇਟ ਰੱਖੋਗੇ ਤਾਂ ਤੁਸੀਂ ਮਾੜਾ ਮੋਟਾ ਥੱਲੇ ਲੈਂਡ ਕਰੋਗੇ। ਇਹ ਚੀਜ਼ ਦਾ ਧਿਆਨ ਰੱਖਿਓ। ਆਪਣੀ ਗੌਰਮੈਂਟਸ ਵੀ ਇੱਦਾਂ ਹੀ ਕਰਦੇ ਨੇ, ਕੋਈ ਮਤਲਬ ਕਿ ਇਨੀਸ਼ੀਏਟਿਵ ਲੈ ਕੇ ਆਉਂਦੀਆਂ ਨੇ ਨਾ, ਜਿੱਦਾਂ ਕਿ ਅਸੀਂ 500 ਗੀਗਾਵਾਟ ਰਿਨਿਊਏਬਲ એનર્ਜੀ ਚਲਾ ਦੇਣੀ ਹੈ। ਠੀਕ ਹੈ। ਆਪਾਂ 600 ਚਲਾ ਦੇਣੀ ਆ। ਉਹਨਾਂ ਦੀ ਵੀ ਇਹੀ ਫਿਲਾਸਫੀ ਹੁੰਦੀ ਸੀ, ਵੱਧ ਟਾਰਗੇਟ ਰੱਖਾਂਗੇ ਤਾਂ ਅਸੀਂ ਨੇੜੇ ਤੇੜੇ ਤਾਂ ਪਹੁੰਚ ਹੀ ਜਾਵਾਂਗੇ। 93 ਦਾ ਟਾਰਗੇਟ, 90 ਪਲੱਸ ਦਾ ਟਾਰਗੇਟ ਰੱਖਣਾ। ਠੀਕ ਹੈ। ਆ ਵੀ ਸਕਦੇ, ਵੈਸੇ ਐਡੀ ਕੋਈ ਗੱਲ ਨਹੀਂ, ਰੀਜ ਨਾਲ ਤਿਆਰੀ ਕਰੋ, ਆ ਸਕਦੇ ਆ। ਚਲੋ ਆਹ ਸਿੰਪਲ ਮੈਥ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ ਪਹਿਲਾਂ, ਜਿਹੜਾ ਜ਼ਰੂਰੀ ਸੀਗਾ। ਹੁਣ
ਆਪਾਂ ਆਉਂਦੇ ਆ ਕੁਐਸਚਨਸ ਤੇ। ਤੁਹਾਡੇ ਮਾਈਂਡ 'ਚ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿਸ ਚੀਜ਼ ਦੀ ਤਿਆਰੀ ਕਰ ਰਹੇ ਹੋ, ਠੀਕ ਹੈ। ਆਪਾਂ PPSC ਦੇ ਪੇਪਰ ਕਰੈਕ ਕਰਨੇ ਨੇ, ਠੀਕ ਹੈ ਜੀ। ਸੋ ਆਪਾਂ ਪਹਿਲਾਂ ਹੁਣ ਪਹਿਲਾ ਸਬਜੈਕਟ ਆਪਣਾ ਜੀਓਗ੍ਰਾਫੀ ਸਟਾਰਟ ਹੋ ਰਿਹਾ, ਤਾਂ ਆਪਾਂ ਜੀਓਗ੍ਰਾਫੀ ਦੇ ਕੁਐਸਚਨਸ ਦੇਖਾਂਗੇ। ਫਿਰ ਅੱਗੇ ਰਿਸਪੈਕਟਿਵ ਜਿਹੜਾ ਸਬਜੈਕਟ ਸਟਾਰਟ ਹੋਊਗਾ, ਠੀਕ ਹੈ, ਆਪਾਂ ਉਹ ਸਬਜੈਕਟਸ ਦੀ ਦੇਖਾਂਗੇ। ਇਕਨੋਮਿਕਸ ਆਊਗਾ ਤਾਂ ਇਕਨੋਮਿਕਸ ਦੇ ਕੁਐਸਚਨ ਦੇਖਾਂਗੇ, ਫਿਰ ਉਹਦੇ ਕਨਸੈਪਟ ਦੇਖਾਂਗੇ ਕਿਹੜੇ ਫਿਰ ਆਪਾਂ ਜਿਹੜੇ MCQs ਆ ਸੋਲਵ ਕਰਾਂਗੇ। ਫਿਰ ਅੱਗੇ ਇਨਵਾਇਰਨਮੈਂਟ ਆਊਗਾ, ਉਹਦੇ ਕੁਐਸਚਨਸ ਦੇਖਾਂਗੇ ਕੀ ਆਇਆ ਕੀ ਨਹੀਂ ਆਇਆ, ਪੁਰਾਣੇ ਪੇਪਰਾਂ 'ਚ ਕੀ ਚੱਕਰ ਹੈ ਕੀ ਨਹੀਂ, ਫਿਰ ਉਹਦੇ ਆਪਾਂ MCQ ਸੋਲਵ ਕਰਾਂਗੇ। ਜਿਹੜੇ ਕਨਸੈਪਟ ਸਮਝਣੇ ਵਾਲੇ ਹੋਣਗੇ ਉਹਦੇ ਕਨਸੈਪਟ ਕਰਾਂਗੇ। ਜੀਓਗ੍ਰਾਫੀ ਦੇ ਵਿੱਚ ਕਨਸੈਪਟਸ ਨੇ ਜਿਹੜੇ, ਹੈ ਨਾ, ਉਹ ਆਪਾਂ ਨੇ ਪੜ੍ਹਨੇ ਨੇ ਇਸ ਫ੍ਰੀ ਕਲਾਸਿਸ ਦੇ ਵਿੱਚ, ਠੀਕ ਹੈ। MCQs ਵੀ ਸੋਲਵ ਕਰਨੇ ਨੇ, ਪਰ ਜਿੱਥੇ ਮੈਨੂੰ ਲੱਗੂਗਾ ਕਿ ਹਾਂ ਵੀ ਇੱਥੇ ਕਨਸੈਪਟ ਪੜ੍ਹਾਉਣ ਦੀ ਲੋੜ ਹੈ, ਮੈਂ ਕਨਸੈਪਟ ਪੜ੍ਹਾਊਂਗਾ, ਠੀਕ ਹੈ ਜੀ। ਇਹ ਚੀਜ਼ ਦਾ ਧਿਆਨ ਰੱਖਿਓ। ਕਰੰਟ ਅਫੇਅਰ ਨਾ ਛੱਡਿਓ, ਕਰੰਟ ਅਫੇਅਰ ਦੀ ਤਿਆਰੀ ਪੂਰੀ ਰੱਖੋ ਬਾਈ। ਕਰੰਟ ਅਫੇਅਰ ਦੇ ਨਾਇਬ ਤਹਿਸੀਲਦਾਰ ਵਿੱਚ ਘੱਟੋ ਘੱਟ ਮੇਰੇ ਖਿਆਲ ਨਾਲ 20 ਕੁਐਸਚਨ ਸੀਗੇ ਕਰੰਟ ਅਫੇਅਰਸ 'ਚ, ਤੇ ਉਹਦੇ ਵਿੱਚੋਂ 15-16 ਡੂਏਬਲ ਰੇਂਜ 'ਚ ਸੀਗੇ। 4-5 ਸੀ ਜਿਹੜੇ ਕਾਫੀ ਪੁਰਾਣੇ ਪੁੱਛ ਲਏ, ਠੀਕ ਹੈ। ਤੇ ਉਹ ਆਪਾਂ ਉਹਨਾਂ ਨੂੰ ਟਾਰਗੇਟ ਨਾ ਕਰੀਏ, ਜਿਹੜੇ ਡੂਏਬਲ ਨੇ, ਠੀਕ ਹੈ, ਉਹ ਆਪਾਂ ਕਰੀਏ। 15-16 20 'ਚ ਤਾਂ ਆਪਾਂ ਕਰੀਏ, ਖਿੱਚੀਏ ਕੰਮ। ਇਹ ਚੀਜ਼ ਦਾ ਧਿਆਨ ਰੱਖਣਾ ਹੈ। ਚਲੋ, ਪਹਿਲਾ ਕੁਐਸਚਨ ਸਿੰਪਲ ਆ ਗਿਆ ਸੀਗਾ ਐਟਮੋਸਫੇਅਰ ਵਾਲਾ। 5 ਲੇਅਰਸ ਨੇ ਤੁਹਾਨੂੰ ਪਤਾ, ਟ੍ਰੋਪੋਸਫੀਅਰ, ਸਟ੍ਰੈਟੋਸਫੀਅਰ, ਮੀਜ਼ੋਸਫੀਅਰ, ਥਰਮੋਸਫੀਅਰ ਤੇ ਐਗਜ਼ੋਸਫੀਅਰ। ਆਪਾਂ ਇਹ ਸਾਰੇ ਕਨਸੈਪਟਸ ਆਪਣੀ ਕਲਾਸਿਸ ਦੇ ਵਿੱਚ ਕਰਾਂਗੇ, ਠੀਕ ਹੈ ਜੀ। ਦਿਨ ਬਾਏ ਦਿਨ ਜਿੱਦਾਂ ਨੈਕਸਟ ਕਲਾਸ ਆਊਗੀ, ਫਿਰ ਉਹਦੇ ਨੈਕਸਟ ਕਨਸੈਪਟਸ ਆਪਾਂ ਕਰ ਲਾਂਗੇ। ਫਿਰ ਉਹਦੇ MCQs ਵਗੈਰਾ ਮੈਂ ਨਾਲ ਮਤਲਬ ਕਿ ਪਾ ਦਿਆ ਕਰੂੰ, ਅਪਲੋਡ ਕਰਵਾ ਦਿਆ ਕਰੂੰ, ਘਰੇ ਬੈਠ ਕੇ ਕਰਿਆ ਕਰੋ MCQs। ਸੋ ਆਪਾਂ ਇਸ ਜਿਹੜਾ ਬੈਚ ਹੈ, ਇਨੀਸ਼ੀਏਟਿਵ ਨੂੰ ਇੱਦਾਂ ਰਨ ਕਰਨਾ ਹੈ, ਠੀਕ ਹੈ। ਮੇਜਰਲੀ ਸਾਡਾ ਫੋਕਸ ਕੀ ਆ ਵੀ ਜਿਹੜੀ ਵੀਕਨੈਸਿਸ ਨੇ, ਚਾਹੇ ਉਹ ਜਿਹੜਾ ਮਰਜ਼ੀ ਪਰਟੀਕੂਲਰ ਸਬਜੈਕਟ ਹੋਵੇ, ਜੀਓਗ੍ਰਾਫੀ ਹੋਵੇ, ਇਕਨੋਮਿਕਸ ਹੋਵੇ, ਪੋਲਿਟੀ ਹੋਵੇ, ਠੀਕ ਹੈ, এনवायरमेंट ਹੋਵੇ, ਜਿਹੜੇ ਪਾਰਟ 'ਚ ਬੱਚੇ ਗਲਤੀ ਕਰਦੇ ਨੇ, ਨਾਰਮਲੀ ਜਿਹੜੇ ਬੱਚੇ ਗਲਤੀ ਕਰ ਰਹੇ ਨੇ, ਆਪਾਂ ਉਸ ਵੀਕਨੈਸ ਨੂੰ ਕਵਰ ਕਰਦੇ ਹੋਏ ਜਿਹੜਾ ਸਾਰਾ ਕੋਰਸ ਚਲਾਵਾਂਗੇ, ਠੀਕ ਹੈ ਜੀ। ਸੋ ਆਪਾਂ ਡਿਸਕਸ ਕਰਦੇ ਹਾਂ ਲੇਅਰਸ ਆਫ ਐਟਮੋਸਫੇਅਰ। ਮੈਚ ਕਰਨਾ ਆਪਾਂ ਕਰੈਕਟਰਿਸਟਿਕਸ ਨਾਲ। ਲਿਸਟ 1 ਤੇ ਲਿਸਟ 2 ਦਿੱਤੀ ਹੋਈ ਆ, ਤੇ ਉਹਨਾਂ ਨੂੰ ਦੋਨਾਂ ਨੂੰ ਆਪਾਂ ਮੈਚ ਦਾ ਫੋਲੋਇੰਗ 'ਚ ਕਰਨਾ ਸੀਗਾ, ਠੀਕ ਹੈ। ਟ੍ਰੋਪੋਸਫੀਅਰ ਹੈ, ਸਟ੍ਰੈਟੋਸਫੀਅਰ ਹੈ, ਮੀਜ਼ੋਸਫੀਅਰ ਹੈ, ਥਰਮੋਸਫੀਅਰ ਹੈ ਤੇ ਐਗਜ਼ੋਸਫੀਅਰ ਹੈ। ਤੇ ਜਿਹੜੀ ਟੈਂਪਰੇਚਰ ਵੇਰੀਏਸ਼ਨ ਆ, ਟ੍ਰੋਪੋਸਫੀਅਰ 'ਚ ਘਟਦਾ ਟੈਂਪਰੇਚਰ, ਠੀਕ ਹੈ। ਜਦੋਂ ਆਪਾਂ ਟ੍ਰੋਪੋਸਫੀਅਰ ਜਾਂਦੇ, ਫਿਰ ਮੀਜ਼ੋਸਫੀਅਰ 'ਚ ਐਂਟਰ ਕਰਦੇ ਹਾਂ, ਫਿਰ ਟੈਂਪਰੇਚਰ ਫਿਰ ਇਨਕਰੀਜ਼ ਹੋ ਜਾਂਦਾ ਹੈ। ਫਿਰ ਆਪਾਂ ਸਟ੍ਰੈਟੋਸਫੀਅਰ ਤੋਂ ਮੀਜ਼ੋਸਫੀਅਰ 'ਚ ਜਾਂਦੇ ਹਾਂ, ਫਿਰ ਟੈਂਪਰੇਚਰ ਡਿਕਰੀਜ਼ ਹੁੰਦਾ ਹੈ। ਮੀਜ਼ੋਸਫੀਅਰ 'ਚੋਂ ਥਰਮੋਸਫੀਅਰ 'ਚ ਗਏ, ਫਿਰ ਇਨਕਰੀਜ਼ ਹੋ ਗਿਆ। ਐਗਜ਼ੋਸਫੀਅਰ 'ਚ ਜਾਂਦੇ ਹਾਂ, ਫਿਰ ਡਿਕਰੀਜ਼। ਇੱਦਾਂ ਜ਼ਿਗਜ਼ੈਗ ਜੀ ਲਾਈਨ ਚੱਲਦੀ ਆ, ਠੀਕ ਹੈ। ਇਹ ਧਿਆਨ ਰੱਖਿਓ, ਆਪਾਂ ਕਰਾਂਗੇ। ਵੈਸੇ ਆ ਮੈਂ ਜਿਫ ਵੀ ਐਡ ਕੀਤੀ ਹੋਈ ਹੈ, ਦੇਖੋ। ਜਿਹੜੇ ਬੱਚੇ ਨੇ ਆਪਣਾ ਐਕਸਾਈਜ਼ ਇੰਸਪੈਕਟਰ ਦਾ ਐਗਜ਼ਾਮ ਦੇਣਾ ਨਾ, ਬਾਕੀ ਬੱਚੇ ਵੀ ਐਕਸਾਈਜ਼ 'ਚ ਤਾਂ ਕੰਪਿਊਟਰ ਆਊਗਾ ਨਾ, ਤੇ ਮੈਨੂੰ ਕਮੈਂਟਸ ਵਿੱਚ ਇਹ ਦੱਸ ਦਿਓ ਵੀ GIF ਦੀ ਫੁੱਲ ਫਾਰਮ ਕੀ ਹੁੰਦੀ ਹੈ, ਠੀਕ ਹੈ ਜੀ। ਆਪਾਂ ਸਾਰੀਆਂ ਚੀਜ਼ਾਂ ਨਾਲ ਸਾਰੇ ਸਬਜੈਕਟਸ ਇੰਟਰਕਨੈਕਟਡ ਨੇ, ਠੀਕ ਹੈ, ਤੇ ਆਪਾਂ ਸਾਰੇ ਸਬਜੈਕਟਸ ਨਾਲ ਕਰਦੇ ਜਾਵਾਂਗੇ। ਜਿੱਥੇ ਕਰੰਟ ਅਫੇਅਰ ਦੀ ਲੋੜ ਪਊਗੀ ਆਪਾਂ ਕਰੰਟ ਅਫੇਅਰ ਵੀ ਕਰੀ ਜਾਵਾਂਗੇ। ਹੁਣ ਇੱਥੇ ਕੰਪਿਊਟਰ ਦੀ ਟਰਮ ਆ ਗਈ, ਮੈਂ ਸੋਚਿਆ ਚਲੋ ਇਹ ਵੀ ਕੁਐਸਚਨ ਪੁੱਛ ਲਿਆ ਨਾ। GIF ਦੀ ਫੁੱਲ ਫਾਰਮ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਦਿਓ, ਠੀਕ ਹੈ ਜੀ। ਚਲੋ, ਲੇਅਰਸ ਆਫ ਐਟਮੋਸਫੇਅਰ ਆ ਗਿਆ। ਮੀਜ਼ੋਸਫੀਅਰ, ਟ੍ਰੋਪੋਸਫੀਅਰ, ਥਰਮੋਸਫੀਅਰ ਤੇ ਸਟ੍ਰੈਟੋਸਫੀਅਰ। ਮੀਜ਼ੋਸਫੀਅਰ ਦੇ ਵਿੱਚ ਮੀਟੀਓਰਸ ਬਰਨ ਕਰਦੇ ਨੇ। ਤੁਹਾਨੂੰ ਮੈਂ ਯਾਦ ਕਰਨ ਦੇ ਤਰੀਕੇ ਵੀ ਦੱਸੂਗਾ, ਟ੍ਰਿਕਸ ਵਗੈਰਾ ਕੀ ਹੁੰਦੇ ਨੇ। ਮੀਟੀਓਰਸ ਤੇ ਮੀਟੀਓਰ ਤੇ MM ਨਾਲ ਸਟਾਰਟ ਹੋ ਰਹੇ ਨੇ। ਮੀਜ਼ੋਸਫੀਅਰ ਤੇ ਮੀਟੀਓਰਸ। A3 ਤਿੰਨ ਆਪਸ਼ਨਾਂ 'ਚ ਹੈ, ਇਹਨੂੰ ਕੱਟੋ। ਐਲੀਮੀਨੇਸ਼ਨ ਮੈਥਡ ਨੂੰ ਬਹੁਤ ਤਰੀਕੇ ਨਾਲ ਤੁਸੀਂ ਯੂਜ਼ ਕਰਨਾ, ਠੀਕ ਹੈ। ਜਿਹੜਾ ਆਪਸ਼ਨ ਤੁਹਾਨੂੰ ਪੱਕਾ ਪਤਾ, ਨੈਕਸਟ ਵਾਲਾ ਗਲਤ ਕਰ ਦਿਆ ਕਰੋ ਜਿਹੜਾ ਨਹੀਂ ਹੈਗਾ, ਠੀਕ ਹੈ। ਅੱਗੇ ਟ੍ਰੋਪੋਸਫੀਅਰ ਕਹਿੰਦਾ ਟੈਂਪਰੇਚਰ ਡਿਕਰੀਜ਼ਿਸ ਵਿਦ ਇਨਕਰੀਜ਼ਿੰਗ ਐਲਟੀਟਿਊਡ। ਆ ਦੇਖੋ, ਟੈਂਪਰੇਚਰ ਡਿਕਰੀਜ਼ ਕਰਦਾ ਨਾ ਟ੍ਰੋਪੋਸਫੀਅਰ 'ਚ ਟੈਂਪਰੇਚਰ ਡਿਕਰੀਜ਼ ਕਰਦਾ ਹੈ। ਟ੍ਰੋਪੋਸਫੀਅਰ ਟੈਂਪਰੇਚਰ ਡਿਕਰੀਜ਼। B ਦਾ 4 ਆ ਦੋ ਆਪਸ਼ਨਾਂ 'ਚ ਹੈ B ਦਾ 4। ਇਹਨੂੰ ਕੱਟੋ। ਦੋ ਆਪਸ਼ਨ ਤਾਂ ਇੱਥੇ ਹੀ ਆਪਣੇ ਗਲਤ ਹੋ ਗਏ, ਠੀਕ ਹੈ। ਹੁਣ ਪ੍ਰੋਬੇਬਿਲਿਟੀ ਤੁਹਾਡੇ ਕੁਐਸਚਨ ਠੀਕ ਹੋਣ ਦੀ 50-50 ਰਹਿ ਗਈ। ਚਲੋ ਅੱਗੇ ਆ ਜਾਓ। ਥਰਮੋਸਫੀਅਰ ਦਾ ਇੱਕ ਹੋਰ ਨਾਮ ਵੀ ਆ ਬੱਚੇ, ਉਹ ਮੈਨੂੰ ਇਹ ਵੀ ਕਮੈਂਟ 'ਚ ਦੱਸ ਦਿਓ, ਠੀਕ ਹੈ। ਥਰਮੋਸਫੀਅਰ ਦਾ ਇੱਕ ਹੋਰ ਨਾਮ ਵੀ ਆ ਬੱਚੇ, ਇਹਦੇ 'ਚ ਵੀ ਕਨਫਿਊਜ਼ ਰਹਿੰਦੇ ਨੇ। ਥਰਮੋਸਫੀਅਰ ਦਾ ਇੱਕ ਨਾਮ ਹੈ ਜਿਹੜਾ ਕਮੈਂਟ ਸੈਕਸ਼ਨ 'ਚ ਤੁਸੀਂ ਮੈਨੂੰ ਦੱਸੋਗੇ। ਥਰਮੋਸਫੀਅਰ ਦੀ ਖਾਸੀਅਤ ਹੈ ਜਿਹੜੇ ਆਪਾਂ ਨਦਰਨ ਲਾਈਟਸ ਨਹੀਂ ਹੁੰਦੀ, ਅਰੋਰਾਸ ਵਗੈਰਾ ਹੁੰਦੇ ਨੇ, ਠੀਕ ਹੈ, ਜਿਹੜੀਆਂ ਲਾਈਟਾਂ ਜਿਹੀਆਂ ਹੁੰਦੀਆਂ ਨੇ ਆਪਣੇ ਮਤਲਬ ਕਿ ਆਪਣੇ ਕਲਾਊਡਸ ਵਗੈਰਾ 'ਚ ਦਿਖਦੀਆਂ ਨੇ, ਜਾਂ ਕਈ ਗਾਣਿਆਂ ਦੇ ਵਿੱਚ ਵੀ ਉਹ ਚੀਜ਼ ਲੈ ਕੇ ਆਉਂਦੇ ਨੇ। ਜਿਵੇਂ ਸ਼ਾਹਰੁਖ ਖਾਨ ਨਾਲ ਗਾਣਾ ਸੀਗਾ ਇੱਕ ਗੇਰੂਆਂ ਕਰਕੇ ਗਾਣਾ ਸੀਗਾ, ਉਹਦੇ ਵਿੱਚ ਉਹਨੇ ਨਦਰਨ ਲਾਈਟਸ ਤੇ ਜਾ ਕੇ ਸ਼ੂਟਿੰਗ ਕੀਤੀ ਸੀ ਕਾਜਲ ਨਾਲ। ਉਹ ਵੀ ਦੇਖਿਓ, ਉਹ ਨਦਰਨ ਲਾਈਟਸ ਨੇ, ਉਹ ਥਰਮੋਸਫੀਅਰ 'ਚ ਹੁੰਦੀਆਂ ਨੇ, ਠੀਕ ਹੈ। ਤੇ ਆਪਣੀਆਂ ਰੇਡੀਓ ਵੇਵਸ ਜਿਹੜੇ ਆਪਾਂ ਅਰਥ ਤੋਂ ਛੱਡਦੇ ਹਾਂ, ਉਹ ਵੀ ਉੱਥੇ ਵੱਜ ਕੇ ਵਾਪਸ ਆਉਂਦੀਆਂ ਨੇ, ਠੀਕ ਹੈ। ਇਹ ਚੀਜ਼ ਯਾਦ ਕਰਨ ਦੇ ਤਰੀਕੇ ਵੀ ਤੁਹਾਨੂੰ ਮੈਂ ਦੱਸੂਗਾ ਜਦੋਂ ਕਨਸੈਪਟ ਪੜਾਂਗੇ ਨਾ ਆਪਾਂ, ਤਾਂ ਉਹ ਵੀ ਤੁਸੀਂ ਧਿਆਨ ਰੱਖਿਓ। ਓਕੇ, ਆ ਦੇ ਰਿਫਲੈਕਟਸ ਆਊਟਗੋਇੰਗ ਰੇਡੀਓ ਵੇਵਸ ਬੈਕ ਟੂ ਦੀ ਅਰਥ। ਥਰਮੋਸਫੀਅਰ ਚੱਕੋ, ਇਹਦੇ ਨਾਲ ਕਰੋ ਇਹਨੂੰ C1 ਆਹ ਦੋ ਆਪਸ਼ਨ ਤਾਂ ਗਲਤ ਸੀਗੇ ਆਪਣੇ, ਆਹ ਦੋ ਆਪਸ਼ਨ ਗਲਤ ਸੀ। C1 ਇਹਦੇ 'ਚ ਹੀ ਆ। ਚਲੋ ਚੱਕੋ, ਅੱਗੇ ਵਧੋ।
डी ऑप्शन सी डी करैक्ट आ। ठीक है, ध्यान रखना रीजनिंग ਜਿਹੜੀ ਰੀਜ਼ਨਿੰਗ ਹੈ ਨਾ ਉਹ ਜੀਐਸ ਦੇ ਕੁਐਸਚਨਸ ਵੀ ਲੱਗਦੀਆਂ ਨੇ, ਆਪਾਂ ਅੱਗੇ ਦੇਖਾਂਗੇ। ਆਪਾਂ ਮੂਹਰੋਂ ਪੜ੍ਹ ਕੇ ਆਪਾਂ ਨੂੰ ਲੱਗੂਗਾ ਵੀ ਕੁਐਸਚਨ ਬਹੁਤ ਹਾਰਡ ਹੈ ਜੀ, ਇਹ ਤਾਂ ਮਤਲਬ ਔਖਾ ਹੀ ਹੈ, ਪਰ ਨਹੀਂ, ਹੋ ਜਾਂਦੇ ਡੂਏਬਲ ਸੀ, ਰੀਜ਼ਨਿੰਗ ਨਾਲ ਹੁੰਦੇ ਆ, ਦੇਖਾਂਗੇ ਆਪਾਂ। ਥੋੜੀ ਜਿਹੀ ਨੌਲੇਜ ਵੀ ਹੁੰਦੀ ਤਾਂ ਕੁਐਸਚਨ ਸੋਲਵ ਹੁੰਦੇ ਸੀ ਅੱਗੇ, ਦੇਖਾਂਗੇ ਆਪਾਂ। ਚਲੋ ਆ ਸੈਕਿੰਡ ਕੁਐਸਚਨ ਆ ਗਿਆ ਜੀ। ਆਲਮੋਸਟ ਨਾ 12 ਕੁਐਸਚਨ ਨੇ ਜਿਹੜੇ ਸਿਰਫ ਜੀਓਗ੍ਰਾਫੀ ਚੋਂ ਆਏ ਨੇ, ਜੀਓਗ੍ਰਾਫੀ ਚੋਂ। ਬੱਚਿਆਂ ਨੂੰ ਲੱਗਦਾ ਹੁੰਦਾ ਸੀ ਵੀ ਪਹਿਲਾਂ, ਹਜੇ ਤੱਕ ਇਹ ਟ੍ਰੈਂਡ ਚੱਲ ਰਿਹਾ ਸੀ ਕਿ ਇੰਡੀਅਨ ਜੀਓਗ੍ਰਾਫੀ ਦੇ ਵਿੱਚੋਂ ਕੁਐਸਚਨਸ ਪੁੱਛੇ ਜਾ ਰਹੇ ਸੀਗੇ। ਸਾਰਿਆਂ ਨੇ ਦਿਮਾਗ 'ਚ ਇਹ ਵੀ ਬਿਠਾ ਲਿਆ ਵੀ ਹਾਂ ਚਲੋ ਵੀ ਇੰਡੀਅਨ ਜੀਓਗ੍ਰਾਫੀ 'ਚੋਂ ਸਾਰੇ ਫਿਜ਼ੀਕਲ ਜੀਓਗ੍ਰਾਫੀ ਛੱਡ ਰਹੇ ਸੀਗੇ। ਕੋਈ ਸਮਰਸਟਾਲ ਓਸ਼ੀਨੋਗ੍ਰਾਫੀ ਜਾਂ ਕਲਾਈਮੇਟੋਲੋਜੀ ਬਾਰੇ ਕੋਈ ਪੜ੍ਹਦਾ ਹੀ ਨਹੀਂ ਸੀ ਬੱਚਾ ਆਪਣੇ ਪੰਜਾਬ 'ਚ। ਪਰ ਹੁਣ ਇਸ ਵਾਰ PPSC ਨੇ ਇਹੋ ਜਿਹਾ ਮਤਲਬ ਕਿ ਬੰਬ ਸਿੱਟਿਆ ਵੀ ਫਿਜ਼ੀਕਲ ਜੀਓਗ੍ਰਾਫੀ 'ਚੋਂ 6 ਕੁਐਸਚਨ ਆਏ ਨੇ 12 ਚੋਂ। ਠੀਕ ਹੈ, ਸੋ ਫਿਜ਼ੀਕਲ ਜੀਓਗ੍ਰਾਫੀ ਜਿਹੜੀ ਅੱਜ ਤੱਕ ਹੁਣ ਤੱਕ ਆਪਾਂ ਮਤਲਬ ਇਗਨੋਰ ਕਰਦੇ ਆਏ ਹਾਂ, ਠੀਕ ਹੈ, ਉਹ 'ਤੇ ਆਪਾਂ ਹੁਣ ਕੰਮ ਕਰਨਾ ਸਟਾਰਟ ਕਰੀਏ। ਠੀਕ ਹੈ ਜੀ, ਵੈਸੇ ਸਾਡੇ ਮਾਸਟਰ ਕੋਰਸ ਵਿੱਚ ਮੇਰੀ ਜੀਓਗ੍ਰਾਫੀ ਦੀ ਕਲਾਸਿਸ ਚੱਲ ਰਹੀਆਂ ਨੇ, ਉਹ ਬੱਚੇ ਆਹ ਵਾਲਾ ਕੁਐਸਚਨ ਸੋਲਵ ਕਰ ਦੇਣਗੇ ਆਰਾਮ ਨਾਲ। ਠੀਕ ਹੈ, ਚਲੋ ਆ ਕੀ ਹੈ ਜੀ, ਸਮਰ ਸੋਲਿਸਟਾਈਸ ਤੇ ਵਿੰਟਰ ਸੋਲਿਸਟਾਈਸ, ਇਕੁਨੋਕਸ ਤੇ ਇਕੁਨੋਕਸ ਵੀ ਦੋ ਹੁੰਦੀਆਂ ਨੇ, ਸਪ੍ਰਿੰਗ ਇਕੁਨੋਕਸ ਤੇ ਆਟਮ ਇਕੁਨੋਕਸ, ਇੱਕ ਸਮਰ ਸੋਲਿਸ ਤੇ ਵਿੰਟਰ ਸੋਲਿਸ। ਇਹ 4 ਟਰਮਸ ਨੇ, ਬਹੁਤ ਇੰਪੋਰਟੈਂਟ ਨੇ ਜਿਹੜੀਆਂ। ਠੀਕ ਹੈ ਜੀ, ਇਹ ਅੱਜ ਦੇ ਟੌਪਿਕ, ਆਹ ਕੁਐਸਚਨ ਡਿਸਕਸ ਕਰਨ ਤੋਂ ਬਾਅਦ ਆਪਾਂ ਆਹ ਟੌਪਿਕ ਅੱਜ ਕੰਪਲੀਟ ਕਰਨਾ ਹੈ। ਠੀਕ ਹੈ ਜੀ, ਕਨਸੈਪਟ। ਚਲੋ ਆ ਕੀ ਕਹਿ ਰਿਹਾ, ਮਾਰਚ 21 ਤੋਂ ਮਾਰਚ ਸਤੰਬਰ ਵਿੱਚ ਨਦਰਨ ਹੈਮੀਸਫੀਅਰ ਦੇ ਵਿੱਚ, ਨਦਰਨ ਹੈਮੀਸਫੀਅਰ ਹੈ ਕਹਿੰਦਾ ਸਨ ਵੱਲ ਟਿਲਟ ਹੁੰਦਾ ਤੇ ਸਦਰਨ ਹੈਮੀਸਫੀਅਰ ਟਿਲਟ ਅਵੇ ਫਰੋਮ ਦੀ ਸਨ। ਡਿਊਰਿੰਗ ਸਤੰਬਰ ਟੂ ਮਾਰਚ 21 ਨਦਰਨ ਹੈਮੀਸਫੀਅਰ ਟਿਲਟ ਅਵੇ ਫਰੋਮ ਦੀ ਸਨ ਵਾਈਲ ਦੀ ਸਦਰਨ ਹੈਮੀਸਫੀਅਰ ਟਿਲਟਸ ਟੂਵਾਰਡਸ ਦੀ ਸਨ। ਇਹ ਦੋਨੇ ਸਟੇਟਮੈਂਟਸ ਠੀਕ ਨੇ, ਆਪਾਂ ਅੱਗੇ ਦੇਖਾਂਗੇ। ਠੀਕ ਹੈ, ਹੁਣ ਆ ਬੱਚੇ ਨੇ ਕੁਐਸਚਨ ਲਾਇਆ ਹੋਇਆ, ਆਨਸਰ ਲਾਇਆ ਹੋਇਆ B ਆਪਸ਼ਨ 1 2 ਐਂਡ 3 ਆਉਂਦਾ ਸੀ ਬੱਚੇ ਨੂੰ ਕੁਐਸਚਨ ਇਹ, ਉਹਨੇ ਆ ਵੀ ਠੀਕ ਲਾਇਆ, ਉਹਨੇ ਆ ਵੀ ਠੀਕ ਲਾਇਆ। ਜਿਹੜਾ ਹੁਣ ਤੀਜਾ ਉਹਨੇ ਆਪਸ਼ਨ ਠੀਕ ਲਾਤਾ ਨਾ, ਉਹ ਪਤਾ ਕੀ ਉਹਦੀ ਨੌਲੇਜ ਦੀ ਕਮੀ ਕਰਕੇ ਨਹੀਂ ਲਾਇਆ ਉਹਨੇ ਆਪਸ਼ਨ ਠੀਕ, ਉਹਨੇ ਆਪਸ਼ਨ ਇਹ ਠੀਕ ਲਾਇਆ ਹਿਊਮਨ ਐਰਰ ਕਰਕੇ। ਦੇਖੋ, ਦੀ ਅਰਥਸ ਇਨਕਲਿਨੇਸ਼ਨ ਔਨ ਇਟਸ ਐਕਸਿਸ ਇਜ਼ 23.5 ਡਿਗਰੀ ਫਰੋਮ ਦੀ ਇਕੁਏਟਰ, ਨਹੀਂ ਫਰੋਮ ਦੀ ਐਕਸਿਸ ਹੈ। ਠੀਕ ਹੈ, ਹਿਊਮਨ ਐਰਰ ਕਰਕੇ ਵੀ 4-5 ਕੁਐਸਚਨ ਹਰੇਕ ਬੱਚੇ ਦੇ, ਐਵਰੇਜਲੀ ਹਰੇਕ ਬੱਚੇ ਦੇ 4 ਚੋਂ 3 ਬੱਚਿਆਂ ਦੇ ਹਿਊਮਨ ਐਰਰ ਕਰਕੇ 4 ਤੋਂ 5 ਕੁਐਸਚਨ ਗਲਤ ਹੁੰਦੇ ਨੇ। 4 ਤੋਂ 5 ਕੁਐਸਚਨ ਗਲਤ ਹੋਣੇ ਮਤਲਬ ਕਿ ਕੱਟ ਆਫ ਤੋਂ ਥੱਲੇ ਡਿੱਗਣਾ ਹੈ, ਕੱਟ ਆਫ 'ਚ ਨਹੀਂ ਤੁਸੀਂ ਆ ਸਕਦੇ, ਇਹ ਚੀਜ਼ ਯਾਦ ਰੱਖਿਓ। ਠੀਕ ਹੈ ਜੀ, ਇਹਦਾ ਆਪਸ਼ਨ ਸੀ ਜਿਹੜਾ ਬੋਥ 1 ਐਂਡ 2, ਇਹ ਮੈਂ ਤੁਹਾਨੂੰ ਸਮਝਾਊਂਗਾ ਕੀ ਚੱਕਰ ਹੈ। ਠੀਕ ਹੈ, ਆਪਣਾ ਕਨਸੈਪਟ ਅੱਜ ਦਾ ਹੀ ਹੈ, ਅੱਗੇ ਵਧਦੇ ਆਪਾਂ। ਅੱਗੇ ਆ ਗਿਆ ਅਸਰਸ਼ਨ ਤੇ ਰੀਜ਼ਨਿੰਗ। ਮੈਂ ਇੱਕ ਤੁਹਾਨੂੰ ਸਲਾਹ ਦੇਣਾ ਚਾਹੂੰਗਾ, ਜਿਹੜੇ ਵਰਡ ਦਾ ਤੁਹਾਨੂੰ ਪਤਾ ਨਹੀਂ ਨਾ ਹੁੰਦਾ ਵੀ ਇਹਦਾ ਵਰਡ ਦਾ ਮਤਲਬ ਕੀ ਹੈ ਨਾ, ਉਹਨੂੰ ਗੂਗਲ 'ਤੇ ਸਰਚ ਮਾਰਿਆ ਕਰੋ ਐਗਜ਼ੈਕਟਲੀ, ਵੀ ਅਜ਼ਰਸ਼ਨ ਜਿੱਦਾਂ ਵਰਡ ਹੈ ਨਾ, ਅਜ਼ਰਸ਼ਨ ਨੂੰ ਐਗਜ਼ੈਕਟ ਸਰਚ ਕਰਿਆ ਕਰੋ, ਅਜ਼ਰਸ਼ਨ ਵਰਡ ਇਨ ਪੰਜਾਬੀ। ਠੀਕ ਹੈ, ਅਜ਼ਰਸ਼ਨ ਦਾ ਮਤਲਬ ਦਾਅਵਾ ਹੈ, ਦਾਅਵਾ ਕਰਨਾ। ਹੁਣ ਅਸੀਂ ਦਾਅਵਾ ਕਰ ਰਹੇ ਹਾਂ ਵੀ ਤੁਸੀਂ ਸਾਡੇ ਬੈਚ ਨੂੰ, ਜਿਹੜਾ ਸਾਡਾ ਬੈਚ ਚੱਲੂਗਾ, ਕੋਰਸ ਚੱਲ ਰਿਹਾ ਆਪਣਾ ਸਿਲੈਕਸ਼ਨ ਗਾਈਡ, ਤੁਸੀਂ ਇਹਨੂੰ ਰੂਹ ਨਾਲ, ਰੀਝ ਨਾਲ ਤੁਸੀਂ ਇਹਨੂੰ ਫੋਲੋ ਕਰਿਆ। ਅਸੀਂ ਦਾਅਵਾ ਕਰਦੇ ਹਾਂ ਤੁਸੀਂ ਕੱਟ ਆਫ ਦੇ ਨੇੜੇ ਜਾਂ ਕੱਟ ਆਫ ਕ੍ਰਾਸ ਕਰੋਗੇ ਪੱਕਾ। ਠੀਕ ਹੈ, ਨੇੜੇ ਮੈਂ ਤਾਂ ਕਹਿ ਰਿਹਾ ਕਿਉਂਕਿ ਤੁਹਾਡੀ ਆਪਦੀ ਵੀ ਮਿਹਨਤ ਹੈ ਨਾ, ਤੁਸੀਂ ਇੰਨਾ ਵੀ ਦਾਅਵਾ ਨਹੀਂ ਕਰ ਰਹੇ, ਤੁਸੀਂ ਮਿਹਨਤ ਕਰਨੀ ਹੈ। ਠੀਕ ਹੈ, ਅਜ਼ਰਸ਼ਨ ਦਾ ਮਤਲਬ ਹੁੰਦਾ ਦਾਅਵਾ। ਆਹ ਦਾਅਵਾ ਕੀਤਾ, ਥੱਲੇ ਰੀਜ਼ਨ ਦਿੱਤਾ ਵੀ ਕੀ ਚੱਕਰ ਹੈ। ਕਹਿੰਦਾ ਓਸ਼ੀਅਨ ਕਰੰਟਸ ਆਰ ਸਮਟਾਈਮਸ ਰੈਫਰ ਟੂ ਐਜ਼ ਦਾ ਹੀਟ ਪੰਪਸ ਔਰ ਥਰਮਲ ਕਨਵੇਅਰਸ ਆਫ ਦੀ ਪਲੈਨਟ। ਬਿਲਕੁਲ ਠੀਕ, ਓਸ਼ੀਅਨ ਕਰੰਟ ਜਦੋਂ ਟੌਪਿਕ ਕਰਾਂਗੇ ਆਪਾਂ ਓਸ਼ੀਅਨੋਲੋਜੀ, ਤਾਂ ਫਿਰ ਆਪਾਂ ਸਾਰਾ ਕੁਝ ਕਰਨਾ ਉਹਦੇ ਵਿੱਚ। ਇਹ ਹੁਣ ਲਈ ਜਿਹੜੇ ਬੱਚੇ ਨੂੰ ਨਹੀਂ ਪਤਾ, ਜਿਹੜੇ ਬੱਚੇ ਪੜ੍ਹੇ ਹੋਏ ਆ ਉਹਨਾਂ ਨੂੰ ਪਤਾ ਹੋਊਗਾ, ਜਿਹੜੇ ਬੱਚੇ ਨੇ ਹਜੇ ਤੱਕ ਜੀਓਗ੍ਰਾਫੀ ਵਗੈਰਾ ਨਹੀਂ ਕੀਤੀ ਤਾਂ ਇਹਨੂੰ ਠੀਕ ਮੰਨ ਕੇ ਚੱਲੋ। ਓਸ਼ੀਅਨ ਕਰੰਟਸ ਜਿਹੜੇ ਹੁੰਦੇ ਨੇ ਵਾਟਰ ਲੈਵਲ ਤੋਂ ਥੱਲੇ ਚੱਲਦੇ ਨੇ। ਠੀਕ ਹੈ, ਥੱਲੇ ਚੱਲਦੇ ਨੇ ਵਾਟਰ ਕਰੰਟਸ। ਇਹ ਜਦ 2 ਤਰ੍ਹਾਂ ਦੇ ਹੁੰਦੇ ਨੇ, ਜਾਂ ਤਾਂ ਵਾਰਮ ਓਸ਼ਨ ਕਰੰਟਸ ਹੁੰਦੇ ਨੇ ਜਾਂ ਕੋਲਡ ਓਸ਼ਨ ਕਰੰਟਸ ਹੁੰਦੇ ਨੇ। ਠੀਕ ਹੈ, ਆਪਾਂ ਸਾਰੇ ਪੜਾਂਗੇ, ਉਹਨਾਂ ਦੇ ਅਲੱਗ-ਅਲੱਗ ਨਾਮ ਨੇ, ਉਹ ਵੈਸਟਰਨ ਪੈਰੀਫੇਰੀਸ 'ਚ ਕਿਉਂ ਚੱਲਦੇ ਨੇ ਜਾਂ ਫਿਰ ਈਸਟਰਨ ਸਾਈਡ 'ਤੇ ਹੀ ਕਿਉਂ ਚੱਲਦੇ ਨੇ, ਉਹ ਸਾਰੇ ਰੀਜ਼ਨਸ ਆਪਾਂ ਕਰਾਂਗੇ। ਇਹ ਕਹਿੰਦੇ ਓਸ਼ਨ ਕਰੰਟਸ ਆਰ ਸਮਟਾਈਮ ਰੈਫਰ ਟੂ ਐਜ਼, ਜਿਹਦਾ ਓਸ਼ਨ ਕਰੰਟ ਨੂੰ ਜਾਂ ਤਾਂ ਹੀਟ ਪੰਪ ਕਿਹਾ ਜਾਂਦਾ, ਥਰਮਲ ਕਨਵੇਅਰ ਬੈਲਟ ਕਿਹਾ ਜਾਂਦਾ। ਠੀਕ ਹੈ ਜੀ, ਰੀਜ਼ਨ ਕੀ ਦਿੱਤਾ, ਕਹਿੰਦਾ ਓਸ਼ਨ ਕਰੰਟਸ ਆਰ ਰਿਸਪੌਂਸਿਬਲ ਫॉर ਅਬਾਊਟ 40% ਆਫ ਦਾ ਹੀਟ ਐਕਸਚੇਂਜ ਬਿਟਵੀਨ ਦੀ ਟ੍ਰੋਪਿਕਸ ਐਂਡ ਦਾ ਪੋਲਰ ਰੀਜਨ। ਇਹ ਵੀ ਜਿਹੜਾ ਰੀਜ਼ਨ ਹੈ ਬਿਲਕੁਲ ਠੀਕ ਹੈ। ਠੀਕ ਹੈ, ਇਹਦਾ ਜਿਹੜਾ ਆਨਸਰ ਹੈ ਇਹ ਹੈ। ਜਦੋਂ ਆਪਾਂ ਕਨਸੈਪਟ ਪੜਾਂਗੇ ਉਹਦੇ ਵਿੱਚ ਆਪਾਂ ਡਿਟੇਲ 'ਚ ਇਹਨੂੰ ਡਿਸਕਸ ਕਰਾਂਗੇ। ਇਹਦਾ ਆਨਸਰ ਇਹ ਹੈ ਜੀ, ਜਿਹੜਾ ਦਾਅਵਾ ਨਾ ਉਹਦਾ ਰੀਜ਼ਨ ਇਹੀ ਹੈ। ਚਲੋ ਆ ਗਿਆ ਜੀ ਵਿੰਡਸ ਦੇ ਕੁਐਸਚਨ। ਵਿੰਡਸ ਆਪਾਂ ਕਰਨੀਆਂ ਨੇ 3 ਤਰ੍ਹਾਂ ਦੀਆਂ ਵਿੰਡਸ ਹੁੰਦੀਆਂ ਨੇ। ਇੱਕ ਤਾਂ ਹੁੰਦੀ ਆ ਪਲੈਨੇਟਰੀ ਵਿੰਡਸ, ਟ੍ਰੋਪੀਕਲ ਈਸਟਰਲੀਸ ਹੋਣਗੀਆਂ, ਉਹਦੇ ਵਿੱਚ ਵੈਸਟਰਲੀਸ ਹੋਣਗੀਆਂ, ਪੋਲਰ ਵਿੰਡਸ ਹੋਣਗੀਆਂ। ਠੀਕ ਹੈ, ਫਿਰ ਦੂਜੇ ਨੰਬਰ 'ਤੇ ਆਉਂਦੀਆਂ ਨੇ ਸੀਜ਼ਨਲ ਵਿੰਡਸ ਵਿੱਚ ਆਉਂਦੀਆਂ ਨੇ ਆਪਣੀਆਂ ਮੌਨਸੂਨਸ, ਐਗਜ਼ਾਮਪਲ ਆ ਉਹਦਾ। ਫਿਰ ਥਰਡ ਟਾਈਪ ਦੀ ਵਿੰਡਸ ਹੁੰਦੀ ਹੈ ਲੋਕਲ ਵਿੰਡ।
ਲੋਕਲ ਵਿੰਡ ਇੱਕ ਲੋਕਲ ਪਾਰਟਿਕੂਲਰ ਏਰੀਆ ਵਿੱਚ ਚੱਲਦੀਆਂ ਨੇ, ਕੁਛ 10-15 ਹੈਗੀਆਂ ਨੇ ਇਹ ਜਿਹੜੀਆਂ ਮੇਨ ਨੇ, ਤੇ ਉਹ ਇਹਨਾਂ ਨੇ ਮੈਚ ਦਾ ਫੋਲੋਇੰਗ ਕਰਕੇ ਪਾਤੀਆਂ। ਟੌਪਿਕ ਸਿੰਪਲ ਹੈ ਇਹ, ਠੀਕ ਹੈ, ਬੱਚਿਆਂ ਦਾ ਰੱਟਾ ਨਹੀਂ ਲੱਗਿਆ ਹੁੰਦਾ ਇਹਦਾ, ਤਾਂ ਕਰਕੇ ਕੁਐਸਚਨ ਇਹ ਗਲਤ ਹੋ ਜਾਂਦਾ, ਠੀਕ ਹੈ। ਟੌਪਿਕ ਤਾਂ ਸਿੰਪਲ ਹੈ, ਸਿੰਪਲ ਰੱਟਾ ਹੀ ਹੈ। ਹੁਣ ਇਹਨੂੰ ਯਾਦ ਕਰਨ ਦੀਆਂ ਟ੍ਰਿਕਸ ਜਿਹੜੀਆਂ ਨੇ ਆਪਾਂ ਉਹ ਨਾਲ ਨਾਲ ਕਰੀ ਜਾਵਾਂਗੇ, ਠੀਕ ਹੈ। ਹੁਣ ਨਹੀਂ, ਜਦੋਂ ਆਪਾਂ ਕਨਸੈਪਟ ਆਊਗਾ। ਹੁਣ ਇਹ ਕੁਐਸਚਨ ਦਾ ਕੀ ਸਿਸਟਮ ਸੀਗਾ, ਹੁਣ ਆਪਾਂ ਇਹਨੂੰ ਰੀਜ਼ਨਿੰਗ ਲਾਈਏ। ਐਦਾਂ ਮੰਨ ਲਓ ਵੀ ਕਿਸੇ ਬੱਚੇ ਨੂੰ ਨਹੀਂ ਆਉਂਦਾ, ਤੁਸੀਂ ਇਹ ਮੰਨ ਲਓ ਵੀ ਕਿਸੇ ਬੱਚੇ ਨੂੰ ਇਹ ਨਹੀਂ ਆਉਂਦਾ ਕੁਐਸਚਨ, ਐਦਾਂ ਹੀ ਦੇਖ ਲੈਂਦੇ ਯਾਮੋ ਫਿਸ਼, ਇਹ ਕਿੰਨਾਂ ਦੇ ਨਾਮ ਹੁੰਦੇ ਨੇ? ਯਾਮਹਾ ਕਿਹੜੀ ਕੰਪਨੀ? ਜਾਪਾਨ ਦੀ ਕੰਪਨੀ ਹੈ ਨਾ, ਯਾਮੋ। ਜਾਂ ਫਿਰ ਆਪਣਾ ਹੁਣੇ ਪ੍ਰਾਈਮ ਮਿਨਿਸਟਰ ਬਣਿਆ ਉਹਨਾਂ ਦਾ, ਆਪਣਾ ਜਾਪਾਨ ਦਾ ਨਵਾਂ ਪ੍ਰਾਈਮ ਮਿਨਿਸਟਰ ਹੈ ਕਿਸ਼ੀਡੋ। ਕਮੈਂਟ ਸੈਕਸ਼ਨ ਦੱਸਿਓ, ਮੈਂ ਭੁੱਲ ਗਿਆ, ਠੀਕ ਹੈ। ਕਿਸ਼ੀਡੋ, ਯਾਮੋ ਵਗੈਰਾ ਇਦਾਂ ਦੇ ਨਾਮ ਜਾਪਾਨ ਦੇ ਹੁੰਦੇ ਆ। ਜੇ ਕਿਸੇ ਬੱਚੇ ਨੂੰ ਪਤਾ ਵੀ ਹੁੰਦਾ, ਇੱਕ ਚੀਜ਼ ਪਤਾ ਹੁੰਦੀ, ਉਹਦਾ ਕੁਐਸਚਨ ਸੋਲਵ ਹੋ ਜਾਣਾ ਸੀਗਾ। ਯਾਮੋ ਜਾਪਾਨ, A2 ਚਲੋ ਇੱਕੋ ਹੀ ਆਪਸ਼ਨ ਹੈ, ਆਪਸ਼ਨ ਸੀ, ਠੀਕ ਹੈ। ਜੇ ਇੱਕ ਵੀ ਪਤਾ ਹੁੰਦਾ, ਵੈਸੇ ਤਾਂ ਸਾਰੀਆਂ ਜਿਹੜੇ ਬੱਚੇ ਪੜ੍ਹਦੇ ਆ ਰੀਜਨ ਵਾਲੋਂ ਨੂੰ ਸਾਰੇ ਹੀ ਪਤਾ ਹੋਣਾ, ਉਹਨਾਂ ਨੂੰ ਇਹ ਪਤਾ ਹੋਣਾ ਨੌਰਵੈਸਟਰ ਆ ਜਿਹੜੀ ਨਿਊਜ਼ੀਲੈਂਡ 'ਚ ਪਾਈ ਜਾਂਦੀ ਆ। ਦੇਖੋ ਨਿਊਜ਼ੀਲੈਂਡ ਐਨ ਤੋਂ ਆ, ਨੌਰ ਵੀ ਐਨ ਤੋਂ ਹੀ ਆ। ਦੇਖੋ ਇੱਦਾਂ ਕਰਕੇ ਤੁਹਾਨੂੰ ਮੈਂ ਟ੍ਰਿਕਸ ਵਗੈਰਾ ਕਰਾਉਂਦਾ ਜਾਊਂਗਾ, ਜਦੋਂ ਆਪਾਂ ਕਨਸੈਪਟ ਕਰਾਂਗੇ ਫਿਰ ਮੈਂ ਡਿਟੇਲ 'ਚ ਦੱਸੂਗਾ ਨਾ, ਫਿਰ ਮੈਂ ਨਿਮੋਨਿਕਸ ਵਗੈਰਾ ਬਣਾ ਕੇ ਦੱਸ ਦੂੰਗਾ ਵੀ ਇਹ ਵਿੰਡ ਇੱਦਾਂ ਯਾਦ ਕਰਨੀ, ਇਹ ਵਿੰਡ ਇੱਦਾਂ ਯਾਦ ਕਰਨੀ ਹੈ। ਪਹਿਲਾਂ ਤਾਂ ਆਪਾਂ ਉਹਨੂੰ ਵਾਰਮ ਲੋਕਲ ਵਿੰਡ ਤੇ ਕੋਲਡ ਆਪਣੇ ਲੋਕਲ ਵਿੰਡ ਦੇ ਵਿੱਚ ਸੈਗਰੀਗੇਟ ਕਰਾਂਗੇ, ਫਿਰ ਯਾਦ ਕਰਨ ਦੇ ਤਰੀਕੇ ਤੁਹਾਨੂੰ ਦੱਸਾਂਗੇ, ਠੀਕ ਹੈ ਜੀ। ਵੈਸੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਦਾ, ਠੀਕ ਹੈ ਜੀ। ਚਲੋ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਆ ਗਿਆ ਸੀ ਜੀ ਡੈਲਟਾਸ ਤੇ, ਕਹਿੰਦਾ ਡੈਲਟਾ ਤੇ ਨਰਮਦਾ ਦਾ ਤਾਪੀ ਰਿਵਰ। ਕਮੈਂਟ ਸੈਕਸ਼ਨ ਵਿੱਚ ਦੱਸ ਦਿਓ ਬੱਚੇ, ਨਰਮਦਾ ਤੇ ਤਾਪੀ ਰਿਵਰ ਬੇ ਆਫ ਬੰਗਾਲ 'ਚ ਆਪਣਾ ਪਾਣੀ ਜਾ ਕੇ ਸਿੱਟਦੀਆਂ ਨੇ ਜਾਂ ਫਿਰ ਅਰੇਬੀਅਨ ਸੀ 'ਚ ਸਿੱਟਦੀਆਂ ਨੇ, ਠੀਕ ਹੈ। ਪਹਿਲਾਂ ਤਾਂ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਕਮੈਂਟ ਸੈਕਸ਼ਨ ਵਿੱਚ ਦਿਓ। ਦ ਡੈਲਟਾਸ ਆਫ ਨਰਮਦਾ ਐਂਡ ਤਾਪਤੀ ਰਿਵਰ ਆਰ ਐਨ ਐਗਜ਼ਾਮਪਲ ਆਫ, ਕਿਹੜੇ ਡੈਲਟਾਸ ਨੇ? ਕਹਿੰਦੇ ਉਹ 4 ਤਰ੍ਹਾਂ ਦੇ ਡੈਲਟਾ ਨੇ, ਆਪਾਂ ਕਵਰ ਕਰ ਲਾਂਗੇ ਆਪਣੇ ਜਦੋਂ ਆਪਾਂ ਕਲਾਸ ਲਾਵਾਂਗੇ ਇਹਦੀ। ਕਹਿੰਦੇ ਵੀ ਕਿਹੜੇ ਟਾਈਪ ਆਫ ਡੈਲਟਾ ਨੇ? ਐਸਚੁਰੀਨ ਨੇ, ਆਰਕੁਏਡ ਨੇ, ਟਰੰਕੁਏਟਡ ਨੇ ਕਿ ਬਲੌਕਡ ਨੇ? ਜਿਹੜੇ ਬੱਚਿਆਂ ਨੇ ਪੜ੍ਹੀ ਹੋਈ ਇੰਡੀਅਨ ਜੀਓਗ੍ਰਾਫੀ ਉਹਨਾਂ ਨੂੰ ਪਤਾ ਹੋਣਾ, ਅਰੇਬੀਅਨ ਸੀ 'ਚ ਆਪਾਂ ਨੂੰ ਐਸਚਰੀਜ਼ ਵਗੈਰਾ ਮਿਲਦੀਆਂ ਨੇ। ਐਸਚਰੀ ਕੀ ਹੁੰਦੀ ਆ? ਆਹ ਫੋਟੋ 'ਚ ਦੇਖੋ, ਇਹ ਇਮੇਜ ਵਿੱਚ ਦੇਖੋ ਜੀ ਐਸਚਰੀ ਕੀ ਹੁੰਦੀ ਆ। ਇੱਧਰੋਂ ਰਿਵਰ ਜਾ ਰਹੀ ਸੀਗੀ, ਇੱਥੇ ਉਹ ਪਾਣੀ, ਇੱਥੇ ਓਸ਼ਨ ਹੈ ਸਾਰਾ, ਆ ਦੇਖੋ ਇੱਧਰ ਫੋਟੋ 'ਚ ਘੱਟ ਦਿਖ ਰਿਹਾ, ਇੱਧਰਲੀ ਸਾਈਡ ਓਸ਼ਨ ਹੈ ਇਹ। ਤੇ ਐਸਚਰੀ ਉਹ ਜਗ੍ਹਾ ਹੁੰਦੀ ਹੈ ਜਿਹੜੀ ਰਿਵਰ ਦੀ ਓਪਨਿੰਗ ਹੁੰਦੀ ਹੈ, ਤੇ ਉੱਥੇ ਕਈ ਵਾਰੀ ਜਿਹੜਾ ਓਸ਼ਨ ਦਾ ਪਾਣੀ ਹੁੰਦਾ ਨਾ ਦਿਨ ਦੇ ਕਿਸੇ ਪਾਰਟਿਕੂਲਰ ਪੀਰੀਅਡ, ਉਹ ਇਹਦੇ ਵਿੱਚ ਐਂਟਰ ਕਰ ਜਾਂਦਾ ਹੈ। ਜਦੋਂ ਇਹ ਐਂਟਰ ਕਰ ਜਾਂਦਾ ਹੈ, ਜਿਹੜੀ ਉਹ ਲੈਂਡਫਾਰਮ ਬਣਦੀ ਹੈ ਉਹਨੂੰ ਆਪਾਂ ਕਹਿੰਦੇ ਐਸਚੁਰੀ, ਠੀਕ ਹੈ ਜੀ। ਤੇ ਐਸਚੁਰੀ ਇੱਕ ਕੇਰਲਾ ਦੇ ਵਿੱਚ ਵੀ ਬਣਦੀ ਹੈ, ਠੀਕ ਹੈ। ਆਪਾਂ ਉਹਨੂੰ ਪਾਰਟਿਕੂਲਰ ਨੇਮ ਨਾਲ ਜਾਣਦੇ ਆ, ਬੈਕ ਵਾਟਰਸ, ਜਿੱਥੇ ਮਤਲਬ ਬੋਟਾਂ ਦੀ ਰੇਸ ਵੀ ਹੁੰਦੀ ਹੈ ਨਾ, ਬੈਕ ਵਾਟਰਸ ਸਾਰਿਆਂ ਨੇ ਕੇਰਲਾ ਵਿੱਚ ਪੜ੍ਹੀ ਹੋਣੀ ਹੈ, ਤੇ ਇਹ ਵੀ ਤੁਸੀਂ ਧਿਆਨ ਰੱਖਿਓ, ਠੀਕ ਹੈ ਜੀ। ਇਹ ਕਹਿੰਦੇ ਵੀ ਡੈਲਟਾ ਆਫ ਨਰਮਦਾ ਤਾਪਤੀ ਰਿਵਰ ਅਰੇਬੀਅਨ ਸੀ ਦੇ ਵਿੱਚ ਐਸਚੁਰੀਨ ਡੈਲਟਾ ਬਣਾਉਂਦੀਆਂ ਨੇ। ਮੈਂ ਕੁਐਸਚਨ ਦਾ ਜਵਾਬ ਆਪ ਹੀ ਦਿੱਤਾ, ਠੀਕ ਹੈ। ਅਰੇਬੀਅਨ ਸੀ 'ਚ ਡਿੱਗਦੀਆਂ ਨੇ ਨਰਮਦਾ ਦੀ ਤਾਪੀ। ਚਲੋ ਐਸਚੁਰੀਨ ਡੈਲਟਾ ਬਣਾਉਂਦੀਆਂ ਨੇ ਇਹ, ਠੀਕ ਹੈ ਜੀ। ਐਸਚਰੀਜ਼ ਆਪਣੀਆਂ ਜਿਹੜੀਆਂ ਵੈਸਟਰਨ ਜਿਹੜਾ ਆਪਣੀ ਕੋਸਟ ਆ ਉਹਦੇ 'ਚ ਬਣਦੀਆਂ ਨੇ ਐਸਚਰੀਜ਼, ਇਹ ਯਾਦ ਰੱਖਿਓ। ਚਲੋ ਆਹ ਤਾਂ ਬਹੁਤ ਸਿੰਪਲ ਕੁਐਸਚਨ ਸੀ, ਈਜ਼ੀ ਕੈਟਾਗਰੀ ਦੇ ਵਿੱਚ ਸੀਗਾ। ਕੀ ਸੀਗਾ? ਦ ਫੇਮਸ ਮਜੋਲੀ ਆਈਲੈਂਡ ਇਜ਼ ਲੋਕੇਟਡ ਇਨ, ਆਪਣਾ ਸਿਰਫ ਇੱਕੋ ਹੀ ਰਿਵਰੀਨ ਆਈਲੈਂਡ ਆ, ਬ੍ਰਹਮਪੁੱਤਰਾ ਰਿਵਰ ਤੇ ਆ, ਜਿਹੜਾ ਅਸਾਮ ਵਿੱਚ ਪੈਂਦਾ, ਠੀਕ ਹੈ ਜੀ। ਅਸਾਮ ਵਿੱਚ ਪੈਂਦਾ ਇਹ। ਸਿੰਪਲ ਕੁਐਸਚਨ ਸੀਗਾ, ਡੂਏਬਲ ਕੈਟਾਗਰੀ 'ਚ। ਓਕੇ, ਅੱਗੇ ਆ ਗਿਆ ਥਰਮਲ ਪਾਵਰ ਸਟੇਸ਼ਨ, ਨਾਲ ਲੋਕੇਸ਼ਨ ਪਾਈ ਹੋਈ ਹੈ। ਕਹਿੰਦੇ ਉਹ ਦੱਸੋ ਜੀ ਜਿਹੜਾ ਨਾਟ ਕਰੈਕਟਲੀ ਮੈਚਡ ਆ। 3 ਇਹਦੇ 'ਚੋਂ ਕਰੈਕਟ ਨੇ, 1 ਇਨਕਰੈਕਟ ਆ। ਮੈਂ ਕੱਲ ਹੀ ਬੱਚਿਆਂ ਨੂੰ ਮਾਸਟਰ ਕੋਰਸ ਦੇ ਵਿੱਚ ਪੋਰਟਸ ਕਰਾਈ ਸੀਗੇ, ਮੇਜਰ ਪੋਰਟਸ, ਆਪਣੇ 13 ਮੇਜਰ ਪੋਰਟਸ ਨੇ, ਉਹਨਾਂ ਵਿੱਚੋਂ ਇੱਕ ਇਨੌਰ ਆ ਜਿਹੜਾ ਤਾਮਿਲਨਾਡੂ 'ਚ ਆ। ਹੁਣ ਜੇ ਕਿਸੇ ਬੱਚੇ ਨੂੰ ਥਰਮਲ ਪਾਵਰ ਸਟੇਸ਼ਨ ਪਤਾ ਵੀ ਨਾ ਹੋਵੇ, ਪਰ ਉਹਨਾਂ ਨੂੰ ਮੇਜਰ ਪੋਰਟਸ ਬਾਰੇ ਪਤਾ ਹੋਵੇ, ਤਾਂ ਉਹਦਾ ਕੁਐਸਚਨ ਠੀਕ ਹੋ ਜਾਣਾ ਸੀਗਾ। ਜਿਹੜੇ ਬੱਚਿਆਂ ਨੇ ਕੱਲ ਮੇਰੀ ਕਲਾਸ ਲਾਈ ਉਹਨਾਂ ਨੂੰ ਪਤਾ ਹੋਣਾ ਮੇਜਰ ਪੋਰਟਸ ਵੀ ਇਨੌਰ ਆ ਜਿਹੜਾ ਉਹ ਤਾਮਿਲਨਾਡੂ 'ਚ ਆ। ਇਹਨਾਂ ਨੇ ਆਪਸ਼ਨ ਲਾਈ ਸੀ ਆਂਧਰਾ ਪ੍ਰਦੇਸ਼ 'ਚ। ਚਲੋ ਜੀ, ਆਹ ਆਪਸ਼ਨ ਗਲਤ ਹੈ ਜੀ, ਚੱਕੋ। ਇੱਕ ਤੁਹਾਨੂੰ ਹੋਰ ਟ੍ਰਿਕ ਦੱਸਾਂ, ਆਪਾਂ MCQs ਵੀ ਫੋਲੋ ਕਰਨੇ ਨੇ ਸਾਰੇ ਨਾ। ਮੈਚ ਦਾ ਫੋਲੋਇੰਗ ਜਿਹੜੀ ਜੀਓਗ੍ਰਾਫੀ 'ਚ ਹੋਊਗਾ, ਮੈਂ ਇਹ ਤੇ ਜ਼ਿਆਦਾ ਮੈਂ ਕੋਸ਼ਿਸ਼ ਕਰੂੰਗਾ ਵੀ ਚੀਜ਼ਾਂ ਨੂੰ ਮੈਚ ਦਾ ਫੋਲੋਇੰਗ ਕਰਕੇ ਪਾਵਾਂ। ਤੁਸੀਂ ਯਾਦ ਕਰਨ ਦਾ ਇੱਕ ਤਰੀਕਾ ਹੋਰ ਰੱਖਿਓ ਵੀ ਜਿਹੜੇ ਮੈਂ MCQs ਪਾਊਂਗਾ ਨਾ, ਉਹਨੂੰ ਮੌਕੇ ਤੇ ਰੱਟ ਲਓ। ਹੁਣ ਤੁਹਾਨੂੰ ਪਤਾ ਵੀ ਆਹ 3 ਕਰੈਕਟ ਨੇ, ਹੈ ਨਾ, ਤੁਹਾਨੂੰ ਪਤਾ ਵੀ 3 ਕਰੈਕਟ ਨੇ, 1 ਗਲਤ ਹੈ। ਹੁਣ ਤਾਂ ਮੈਂ ਦੱਸਤਾ ਤਾਂ ਪਤਾ ਤੁਹਾਨੂੰ, ਜੇ ਨਹੀਂ ਪਤਾ ਤਾਂ ਹੁਣ ਵੀ ਦੇਖ ਲੈਂਦੇ ਵੀ ਇਨੌਰ ਆ ਜਿਹੜੇ ਆਪਣਾ ਮੇਜਰ ਪੋਰਟ ਵੀ ਹੈ ਇਹ, ਠੀਕ ਹੈ। ਇਹਨੂੰ ਇੱਕ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ ਇਨੌਰ ਪੋਰਟ ਨੂੰ, ਜੇ ਕਿਸੇ ਨੂੰ ਪਤਾ ਤਾਂ ਕਮੈਂਟ ਸੈਕਸ਼ਨ ਵਿੱਚ ਦੱਸ ਦਿਓ। ਇਨੌਰ ਪੋਰਟ ਆਂਧਰਾ ਪ੍ਰਦੇਸ਼ ਨਹੀਂ, ਇਨੌਰ ਪੋਰਟ ਹੈਗਾ ਜੀ ਆਪਣਾ ਤਾਮਿਲਨਾਡੂ 'ਚ
ਪਹਿਲੀ ਗੱਲ 3 ਮੇਜਰ ਪੋਰਟਸ ਨੇ ਤਾਮਿਲਨਾਡੂ 'ਚ, ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਮੇਜਰ ਪੋਰਟਸ ਆਪਣੇ ਤਾਮਿਲਨਾਡੂ 'ਚ ਹੀ ਮਿਲਦੇ ਨੇ 3, ਠੀਕ ਹੈ, 3 ਤੋਂ ਜ਼ਿਆਦਾ ਕਿਤੇ ਹੈ ਨਹੀਂ। ਹੁਣ ਤੁਹਾਨੂੰ ਪਤਾ ਵੀ 3 ਠੀਕ ਨੇ, ਮੌਕੇ ਤੇ ਯਾਦ ਕਰ ਲਓ ਯਾਰ, ਰੱਟਾ ਲਾ ਲਓ ਮੌਕੇ ਤੇ। ਅਨਪਾਰਾ ਕਿੱਥੇ ਹੈ ਜੀ? ਅਨਪਾਰਾ ਥਰਮਲ ਪਾਵਰ ਸਟੇਸ਼ਨ ਯੂਪੀ 'ਚ ਹੈ। ਬਕਰੇਸ਼ਵਰ ਕਿੱਥੇ ਹੈ? ਵੈਸਟ ਬੰਗਾਲ 'ਚ ਹੈ। ਅੰਤਾ ਥਰਮਲ ਪਾਵਰ ਕਿੱਥੇ? ਰਾਜਸਥਾਨ 'ਚ। ਮੌਕੇ ਤੇ ਯਾਦ ਕਰਨਾ। MCQs ਮੈਂ ਇੱਦਾਂ ਹੀ ਕਰੂੰਗਾ, MCQs ਜ਼ਿਆਦਾਤਰ ਮੈਂ ਮੈਚ ਦਾ ਫੋਲੋਇੰਗ ਟਾਈਪ 'ਚ ਪਾਊਂਗਾ, ਠੀਕ ਹੈ। ਸਾਰੇ ਬੱਚੇ ਇਹ ਚੀਜ਼ ਹੁਣੇ ਯਾਦ ਰੱਖਿਓ ਵੀ ਤੁਸੀਂ ਮੌਕੇ ਤੇ ਯਾਦ ਕਰਨੀਆਂ ਨੇ ਚੀਜ਼ਾਂ, ਠੀਕ ਹੈ ਜੀ। ਚਲੋ ਅੱਗੇ ਆ ਗਿਆ ਪਾਸ ਤੇ ਕੁਐਸਚਨ। ਪਾਸ ਦੀ ਤਾਂ ਬਹੁਤ ਤਕੜੀ ਸਾਡੇ ਕੋਲ PPT ਬਣਾਈ ਹੋਈ ਹੈ ਮੈਂ, ਉਹ ਮੈਂ ਵੀ ਤੁਹਾਨੂੰ ਆਪਣੇ ਟੈਲੀਗ੍ਰਾਮ ਚੈਨਲ ਤੇ ਨਾ ਉਹ ਸਿੱਟ ਦੂੰਗਾ, ਜਾ ਕੇ ਉੱਥੋਂ ਚੱਕ ਲਿਓ ਉਹਨੂੰ, ਠੀਕ ਹੈ। ਪਾਸ ਕਹਿੰਦੇ ਪਾਸ ਤੇ ਕੁਐਸਚਨ ਆ ਗਿਆ। ਦੇਵਸਾ ਪਾਸ ਕਿੱਥੇ ਹੈ? ਦੇਵਸਾ ਪਾਸ ਹਿਮਾਚਲ ਪ੍ਰਦੇਸ਼ 'ਚ ਹੈ। ਮੰਨਾ ਪਾਸ ਹੈਗਾ ਜੀ ਆਪਣਾ ਉੱਤਰਾਖੰਡ ਦੇ ਵਿੱਚ। ਜ਼ੀਲਪਲਾ ਪਾਸ ਕਿੱਥੇ? ਜ਼ੀਲਪਲਾ ਹੈਗਾ ਸਿੱਕਿਮ 'ਚ। ਦੀਪੂ ਪਾਸ ਕਿੱਥੇ? ਅਰੁਣਾਚਲ ਪ੍ਰਦੇਸ਼ 'ਚ। ਇਹਦੇ ਵਧੀਆ ਨਿਮੋਨਿਕ ਬਣਾਏ ਹੋਏ ਨੇ ਮੈਂ, ਠੀਕ ਹੈ, ਉਹ ਆਪਾਂ ਕਰ ਲਾਂਗੇ। ਸਿੰਪਲ ਕੁਐਸਚਨ ਹੈ ਇਹ, ਹਾਰਡ ਕੈਟੇਗਰੀ 'ਚ ਨਹੀਂ ਆਉਂਦਾ। ਬੱਚੇ ਮਤਲਬ ਕਿ 70-80% ਬੱਚੇ ਗਲਤ ਕਰਦੇ ਨੇ ਇਦਾਂ ਦੇ ਕੁਐਸਚਨ। ਥਰਮਲ ਪਾਵਰ ਸਟੇਸ਼ਨ ਪਤਾ ਨਹੀਂ, ਲੋਕੇਸ਼ਨ ਨਹੀਂ ਪਤਾ ਹੁੰਦੀ, ਇਹ ਸਿੰਪਲ ਰੱਟੇ ਵਾਲੀ ਚੀਜ਼ਾਂ ਨੇ, ਬੱਚਿਆਂ ਤੋਂ ਗਲਤ ਹੋ ਜਾਂਦਾ, ਠੀਕ ਹੈ। ਆਪਾਂ ਉਹ ਗਲਤੀ ਨਹੀਂ ਕਰਨੀ ਹੈਗੀ। 70-80% ਬੱਚੇ ਤੁਸੀਂ ਕੈਟੇਗਰੀ 'ਚ ਤੁਸੀਂ ਮਤਲਬ ਕਿ ਜੇ ਕੱਟ ਆਫ ਦੇ ਵਿੱਚ ਆਪਣਾ ਨਾਮ ਲੈ ਕੇ ਆਉਣਾ ਨਾ, ਤਾਂ ਤੁਸੀਂ ਜਿਹੜੀਆਂ ਮੇਜਰ ਬੱਚੇ ਗਲਤੀਆਂ ਕਰਦੇ ਨੇ ਉਹ ਨਹੀਂ ਕਰਨੀਆਂ, ਠੀਕ ਹੈ। ਤੇ ਪਾਸ ਵਾਲਾ ਕੁਐਸਚਨ ਸੌਖਾ ਕੁਐਸਚਨ ਹੈ, ਪੀਕ ਤੇ ਵੀ ਆਇਆ ਹੋਇਆ ਇੱਕ ਕੁਐਸਚਨ, ਠੀਕ ਹੈ। ਲੋਕੇਸ਼ਨ ਨਾਲ ਬਸ ਇਹਨੂੰ ਮੈਚ ਦਾ ਫੋਲੋਇੰਗ ਕਰਨਾ ਸੀਗਾ, ਸਿੰਪਲ। ਜੇ ਪਤਾ ਹੋਊਗਾ ਤਾਂ ਕਰੂਗਾ, ਨਹੀਂ ਪਤਾ ਨਾ ਨਹੀਂ ਕਰੂਗਾ। ਜੇ ਇਹਦੇ 'ਚ ਇੱਕ ਵੀ ਪਤਾ ਹੁੰਦਾ ਤਾਂ ਵੀ ਹੋ ਜਾਣਾ ਸੀ ਮੰਨਾ ਪਾਸ। ਜੇ ਤੁਹਾਨੂੰ ਮੰਨਾ ਪਾਸ ਪਤਾ ਹੁੰਦਾ ਨਾ ਉੱਤਰਾਖੰਡ 'ਚ ਹੈ, ਤੁਸੀਂ ਆ ਆਪਸ਼ਨ ਲਾ ਦੇਣਾ ਸੀਗਾ B4 ਇੱਕੋ 'ਚ ਹੀ ਹੈ। ਆ ਗਲਤ। ਜੇ ਆ ਬੱਚੇ ਨੇ C ਆਪਸ਼ਨ ਲਾਇਆ ਤਾਂ ਸਹੀ ਸੀ ਆਨਸਰ। ਉਹ ਕਹਿੰਦਾ ਸਰ ਮੈਨੂੰ ਆਹੀ ਆਉਂਦਾ ਸੀ ਮੰਨਾ ਪਾਸ ਉੱਤਰਾਖੰਡ 'ਚ। ਦੇਖੋ ਆ ਹੋ ਗਿਆ ਮੈਚ ਦਾ ਫੋਲੋਇੰਗ। ਜੇ ਔਖਾ ਤਾਂ ਉਹ ਸੌਖਾ ਵੀ ਹੋਣਾ ਹੀ ਹੈ, ਰੀਜ਼ਨਿੰਗ ਨਾਲ ਹੋ ਜਾਂਦਾ, ਠੀਕ ਹੈ ਜੀ। ਚਲੋ ਇਹ ਆ ਗਏ ਜੀ ਪੀਕ ਤੇ ਕੁਐਸਚਨ। ਆਪਣੀਆਂ ਮੇਜਰ ਹਿਲਸ ਤਾਂ ਹੈਗੇ ਨੇ, ਕਰਾਕੋਰਮ, ਲਦਾਖ, ਜਾਸਕਰ, ਪੀਰ ਪੰਜਾਲ, ਠੀਕ ਹੈ। ਉਸ ਤੋਂ ਇਲਾਵਾ ਛੋਟੀਆਂ ਆਪਣੀਆਂ ਮਾਈਨਰ ਜਿਹੜੀਆਂ ਆਪਣੀਆਂ ਰੇਂਜਸ ਨੇ ਉਹ ਵੀ ਹੈਗੀਆਂ ਨੇ, ਜਿੱਦਾਂ ਕਮਾਓ ਹਿੱਲ ਹੈ, ਠੀਕ ਹੈ ਜੀ, ਜਾਂ ਫਿਰ ਗੜਵਾਲ ਰਿਵੀਜ਼ਨ ਹੈ, ਜਾਂ ਫਿਰ ਗਾਰੋ ਖਾਸੀ ਜੈਂਤੀਆ ਹਿਲਸ ਨੇ, ਮੀਰੀ, ਮਿਸ਼ਮੀ, ਦਫੋਰ। ਉਹ ਆਪਾਂ ਸਾਰੀ ਨਾ ਆਪਾਂ ਤੁਹਾਨੂੰ ਮੈਂ ਜਦੋਂ ਆਪਣਾ ਕੋਰਸ ਅੱਗੇ ਵਧਾਈ ਜਾਵਾਂਗੇ, ਕਿਉਂਕਿ ਮੈਪ ਵਰਕ ਦੇ ਤਾਂ ਵੈਸੇ ਹੀ ਮੈਂ ਜ਼ਿਆਦਾ ਜ਼ੋਰ ਦਊਂਗਾ, ਠੀਕ ਹੈ। 4 ਤੋਂ 5 ਕਲਾਸਾਂ ਆਪਾਂ ਜੀਓਗ੍ਰਾਫੀ ਦੀਆਂ ਲੈਣੀਆਂ ਨੇ, ਉਹਦੇ ਵਿੱਚ ਮੇਜਰ ਜਿਹੜੀਆਂ ਚੀਜ਼ਾਂ ਨੇ ਆਪਾਂ ਕਵਰ ਕਰਾਂਗੇ। ਜ਼ਿਆਦਾਤਰ ਚੀਜ਼ਾਂ ਜਿਹੜੀ PPTs ਹੋਣਗੀਆਂ ਹੈ ਨਾ, ਟੈਲੀਗ੍ਰਾਮ ਚੈਨਲ 'ਤੇ ਤੁਹਾਨੂੰ ਮਿਲਣਗੀਆਂ, ਉਹ ਜ਼ਿਆਦਾਤਰ ਹੋਣਗੇ ਇਮੇਜ ਫਾਰਮ 'ਚ ਹੋਣਗੀਆਂ, ਠੀਕ ਹੈ। ਜਿੱਦਾਂ ਕਿ ਮਤਲਬ ਕਿ ਨਾਰਥ ਈਸਟ ਦੀਆਂ ਮੇਜਰ ਜਿਵੇਂ ਕਿ ਕੋਸਟਲ ਰੇਂਜਸ ਨੇ, ਆਪਣੀ ਮੇਜਰ ਮਾਊਂਟੇਨ ਰੇਂਜਸ ਨੇ ਨਾ, ਉਹ ਇੱਕ ਪਿਕ ਦੇ ਵਿੱਚ ਮੈਂ ਤੁਹਾਨੂੰ ਕਰਕੇ ਦੇ ਦੂੰਗਾ। ਉਸ ਕੱਲੀ ਇਮੇਜ ਨੂੰ ਹੀ ਰਿਵਾਈਜ਼ ਕਰ ਲਿਓ ਤਾਂ ਵੀ ਬਹੁਤ ਹੈ, ਠੀਕ ਹੈ। ਮੇਜਰ ਚੀਜ਼ਾਂ ਆਪਾਂ ਕਵਰ ਕਰ ਦਾਂਗੇ। ਹੁਣ ਕਹਿੰਦੇ ਵਿਚ ਆਫ ਦਾ ਫੋਲੋਇੰਗ ਮਾਊਂਟੇਨ ਇਜ਼ ਨਾਟ ਲੋਕੇਟਡ ਇਨ ਕੁਮਾਊਂ ਹਿਲਸ। ਪਹਿਲੀ ਗੱਲ, ਕੁਮਾਊਂ ਹਿਲਸ ਆਪਾਂ ਨੂੰ ਉੱਤਰਾਖੰਡ 'ਚ ਮਿਲਦੀਆਂ ਨੇ, ਠੀਕ ਹੈ ਜੀ। ਉੱਤਰਾਖੰਡ ਵੀ 2 ਹਿਲਸ ਮਿਲਦੇ ਨੇ, ਗੜਵਾਲ ਡਿਵੀਜ਼ਨ ਅੱਡ ਹੈ ਤੇ ਕੁਮਾਊਂ ਹਿਲਸ ਅੱਡ ਹੈ। ਇਹਦੇ ਵਿੱਚੋਂ ਕਹਿੰਦਾ ਕਿਹੜੀ ਲੋਕੇਟਡ ਨਹੀਂ ਹੈਗੀ ਕੁਮਾਊਂ ਹਿਲ ਦੇ ਵਿੱਚ? ਨੰਦਾ ਦੇਵੀ ਹੈਗੀ ਆ, ਤ੍ਰਿਸ਼ੂਲ ਹੈਗੀ ਆ, ਕੇਦਾਰਨਾਥ ਵੀ ਹੈਗੀ ਆ, ਮਕਾਲੂ ਹਿਲ ਨਹੀਂ ਹੈਗੀ। ਮਕਾਲੂ ਗੜਵਾਲ ਡਿਵੀਜ਼ਨ 'ਚ ਪੈਂਦੀ ਹੈ ਇੱਥੇ, ਠੀਕ ਹੈ। ਇਹ ਚੀਜ਼ ਦਾ ਧਿਆਨ ਰੱਖਿਓ, ਯਾਦ ਕਰ ਲਿਓ। ਤੁਹਾਨੂੰ ਮੈਂ ਦੇਈ ਜਾਊਂਗਾ ਸਾਰਾ ਸਮਾਨ, ਸਾਰੀ PPTs ਤੁਹਾਨੂੰ ਦੇਵਾਂਗੇ। ਰਿਸੋਰਸਿਸ ਦੀ ਕੋਈ ਕਮੀ ਨਹੀਂ ਹੋਊਗੀ, ਬੱਚੇ ਜੇ ਕਮੀ ਹੋਊਗੀ ਤੁਹਾਡੀ ਰਿਵੀਜ਼ਨ 'ਚ ਹੋਊਗੀ, ਤੁਹਾਡੀ ਮਿਹਨਤ 'ਚ ਹੋਊਗੀ, ਠੀਕ ਹੈ ਜੀ। ਚਲੋ ਹੁਣ ਆਹ ਵਾਲਾ ਕੁਐਸਚਨ ਵੀ ਬਹੁਤ ਸਿੰਪਲ ਹੈ। ਦੇਖਣ ਨੂੰ ਐਂ ਲੱਗੂਗਾ ਵੀ ਟਰਾਈਬਲ ਗਰੁੱਪਸ ਨੇ ਜਾਂ ਟਰਾਈਬਲ ਗਰੁੱਪ ਨੇ ਪਰ ਜ਼ੋਨ ਲੋਕੇਸ਼ਨ ਨਾਲ ਮੈਚ ਕਰਨਾ ਹੈ ਨਾ, ਵੀ ਟਰਾਈਬਲ ਗਰੁੱਪ ਅਲੱਗ ਤੋਂ ਇੱਦਾਂ ਕਿਤੇ ਪੜ੍ਹਦੇ ਨਹੀਂ। ਕੁਛ ਕੁ ਵਿਸ਼ੇਸ਼ ਆਪਾਂ ਹਿਸਟਰੀ 'ਚ ਪੜ੍ਹਦੇ ਹਾਂ, ਕੁਛ ਕੁ ਹੌਲੀ ਥੋੜ੍ਹੇ ਆਪਾਂ ਮਤਲਬ ਕਿ ਆਪਣਾ ਜੀਓਗ੍ਰਾਫੀ 'ਚ ਵੀ ਪੜ੍ਹ ਲੈਂਦੇ ਹਾਂ, ਪਰ ਇੱਦਾਂ ਕਦੇ ਆਇਆ ਨਹੀਂ ਕੁਐਸਚਨ। ਇਹ ਮੇਰੇ ਖਿਆਲ ਨਾਲ ਆਇਆ ਹੋਊਗਾ ਕਿਤੇ, ਇਹ ਜਿਹੜੀਆਂ ਮੇਜਰ ਟਰਾਈਬਲ ਗਰੁੱਪਸ ਨੇ ਕਿਤੇ ਨਿਊਜ਼ ਵਗੈਰਾ 'ਚ ਆਈਆਂ, ਉਹਨਾਂ ਨੇ ਇੱਦਾਂ ਹੀ ਚੱਕ ਕੇ ਪਾਤੀਆਂ, ਪਰ ਇਹ ਰੀਜ਼ਨਿੰਗ ਨਾਲ ਸੋਲਵ ਹੁੰਦੇ ਸੀ। ਜੇ ਕਿਸੇ ਬੱਚੇ ਨੇ ਨਾਰਥ ਈਸਟ ਦੀ ਹਿਲਸ ਵਗੈਰਾ ਪੜ੍ਹੀਆਂ ਹੋਈਆਂ ਨੇ ਨਾ, ਉਹ ਕੁਐਸਚਨ ਆਰਾਮ ਨਾਲ ਕਰ ਲੈਂਦਾ। ਜਿਹੜੇ ਬੱਚੇ ਨੇ ਪੜ੍ਹੀਆਂ ਇਹਨਾਂ ਨੂੰ ਪਤਾ ਹੋਣਾ ਵੀ ਨਾਰਥ ਈਸਟ ਵਿੱਚ ਗਾਰੋ ਖਾਸੀ ਜੈਂਤੀਆ ਹਿਲਸ ਮਿਲਦੀਆਂ ਨੇ। ਗਾਰੋ ਖਾਸੀ ਜੈਂਤੀਆ ਹਿਲਸ ਤਾਂ ਮੇਘਾਲਿਆ 'ਚ ਮਿਲਦੀਆਂ ਨੇ, ਹੈ ਨਾ। ਮੇਘਾਲਿਆ ਕਿੱਥੇ ਪੈਂਦਾ? ਨਾਰਥ ਈਸਟ 'ਚ। ਸੋ ਜੇ ਬੱਚੇ ਨੇ ਰੀਜ਼ਨਿੰਗ ਲਾਈ ਹੁੰਦੀ B/2 ਗਲਤ B/2 ਚੱਕੋ, D ਆਨਸਰ, ਠੀਕ ਹੈ। ਹੁਣ ਗੁੱਜਰ, ਭੋਟੀਆ ਤੇ ਥਾਰੂ ਹਿਲਸ ਨੇ, ਥਾਰੂ ਗਰੁੱਪ ਟਰਾਈਬਲ ਗਰੁੱਪ ਆ, ਉਹ ਤਾਂ ਆਪਾਂ ਨੂੰ ਮਿਲਦਾ ਜੀ ਨਾਰਥ ਜ਼ੋਨ ਆਫ ਇੰਡੀਆ, ਨਦਰਨ ਰੀਜਨ 'ਚ ਮਿਲਦਾ ਹੈ, ਠੀਕ ਹੈ। ਤੇ ਸੰਥਲ, ਗੋਂਡ, ਭੀਲ ਤੇ ਕੋਲ ਜਿਹੜਾ ਹੈ ਉਹ ਆਪਾਂ ਨੂੰ ਮਿਲਦੇ ਨੇ ਸੈਂਟਰਲ ਜ਼ੋਨ ਆਫ ਇੰਡੀਆ, ਇੱਧਰ ਮੱਧ ਪ੍ਰਦੇਸ਼, ਛੱਤੀਸਗੜ੍ਹ, ਹੈ ਨਾ, ਝਾਰਖੰਡ ਵਾਲੇ ਏਰੀਏ 'ਚ। ਜਿਹੜਾ ਟੋਡਾ ਟਰਾਈਬਲ ਗਰੁੱਪ ਆ ਉਹਨੂੰ ਸਦਰਨ ਜ਼ੋਨ 'ਚ ਮਿਲਦਾ ਹੈ, ਠੀਕ ਹੈ।
ਇਹ ਯਾਦ ਰੱਖਣਾ ਤੁਸੀਂ। ਇਹ ਆਪਾਂ ਹਿਸਟਰੀ ਵਿੱਚ ਵੀ ਪੜ੍ਹਦੇ ਹੁੰਦੇ, ਸੰਥਲ ਅਪਰਾਈਜ਼ਿੰਗ ਹੈ ਨਾ, ਜਾਂ ਭੀਲ ਅਪਰਾਈਜ਼ਿੰਗ ਹੈ, ਆਪਾਂ ਉਹਦੇ ਵਿੱਚ ਵੀ ਪੜ੍ਹਦੇ ਹੁੰਦੇ ਟਰਾਈਬਲ ਅਪਰਾਈਜ਼ਿੰਗ ਵਿੱਚ। ਚਲੋ ਇਹ ਹੋ ਗਏ ਇੱਥੋਂ ਤੱਕ ਆਪਣੇ 12 ਕੁਐਸਚਨ ਜਿਹੜੇ ਸਿਰਫ ਜੀਓਗ੍ਰਾਫੀ 'ਚੋਂ ਆਏ ਨੇ। ਹਜੇ ਆਪਾਂ ਇਨਵਾਇਰਨਮੈਂਟ ਤਾਂ ਇਨਕਲੂਡ ਹੀ ਨਹੀਂ ਕੀਤੇ। ਵੈਸੇ ਤਾਂ ਜੀਓਗ੍ਰਾਫੀ ਤੇ ਇਨਵਾਇਰਨਮੈਂਟ ਨੂੰ ਆਪਾਂ ਇਕੱਠੇ ਹੀ ਪੜ੍ਹਦੇ ਹਾਂ, ਉਹਨਾਂ ਨੂੰ ਆਈਸੋਲੇਟ ਕਰਕੇ ਨਹੀਂ ਪੜ੍ਹਦੇ। ਜੇ ਮੈਂ ਉਹ ਇਨਕਲੂਡ ਕਰਦਾ 22 ਚੋਂ 23 ਕੁਐਸਚਨ ਬਣ ਜਾਣੇ ਸੀ, ਠੀਕ ਹੈ ਜੀ। ਸੋ ਤੁਸੀਂ ਇੱਦਾਂ ਦੇਖ ਲਓ ਵੀ ਇਹਦੀ ਵੇਟੇਜ ਕਿੰਨੀ ਜ਼ਿਆਦਾ। ਹੁਣ ਤੁਸੀਂ ਕੋਈ ਕੁਐਸਚਨ ਛੱਡ, ਕੋਈ ਵੀ ਸਬਜੈਕਟ ਛੱਡ ਤਾਂ ਸਕਦੇ ਨਹੀਂਗੇ, ਹੈ ਨਾ। ਤੁਹਾਨੂੰ ਸਾਰੇ ਸਬਜੈਕਟਸ ਇੱਕਦਮ ਪੂਰੇ ਟਿਪ ਟੌਪ ਕਰਨੇ ਪੈਣਗੇ ਤਾਂ ਤੁਸੀਂ ਕੱਟ ਆਫ ਕਲੀਅਰ ਹੋਗੇ, ਨਹੀਂ ਤਾਂ ਹੋ ਹੀ ਨਹੀਂ ਸਕਦੇ ਯਾਰ ਸਿੰਪਲ ਭਾਸ਼ਾ ਦੇ ਵਿੱਚ, ਠੀਕ ਹੈ। ਐਵੇਂ ਮੈਂ ਤੁਹਾਨੂੰ ਝੂਠ ਬੋਲਾਂ ਨਾ ਵੀ ਇੱਦਾਂ ਕਰਕੇ ਹੋ ਜਾਓਗੇ, ਆਹ ਛੱਡ ਦਵਾ ਨਾ, ਕੁਝ ਨਹੀਂ ਛੱਡ ਸਕਦੇ ਯਾਰ, ਸਾਰਾ ਕੁਝ ਕਰਨਾ ਪਊਗਾ, ਇਹ ਚੀਜ਼ ਯਾਦ ਰੱਖਿਓ। ਚਲੋ ਆਪਣੇ 12 ਕੁਐਸਚਨ ਹੋ ਗਏ। ਇੱਥੇ ਤੁਹਾਨੂੰ ਪਤਾ ਲੱਗ ਜਾਣਾ ਵੀ ਕਿੱਦਾਂ ਦੇ ਕੁਐਸਚਨ ਸਾਰੇ ਨੇ, ਠੀਕ ਹੈ। ਚਲੋ ਹੁਣ ਆਪਾਂ ਇੱਥੋਂ ਕਰਦੇ ਹਾਂ ਕਨਸੈਪਟ। ਆਪਾਂ 2 ਕਨਸੈਪਟ ਸਮਝਣੇ ਨੇ। ਪਹਿਲੇ ਕਨਸੈਪਟ 'ਚ ਆਪਾਂ ਸਮਰ ਸੋਲਿਸਟਾਈਜ਼, ਵਿੰਟਰ ਸੋਲਿਸਟਾਈਜ਼ ਦੇਖਾਂਗੇ, ਇਕੁਨੋਕਸ ਦੇਖਾਂਗੇ, 2 ਤਰ੍ਹਾਂ ਦੀ ਇਕੁਨੋਕਸ ਦੇਖਾਂਗੇ, 2 ਤਰ੍ਹਾਂ ਦੇ ਸੋਲਿਸਟਾਈਜ਼ ਦੇਖਾਂਗੇ। ਇੱਕ ਦੂਜਾ ਕਨਸੈਪਟ ਕਰਨਾ ਆਪਾਂ ਟਾਈਡਸ ਵਾਲਾ। ਇਹ ਦੋਨੋਂ ਕਨਸੈਪਟ 3 ਕਨਸੈਪਟ ਨੇ ਜਿਹੜੇ ਅਰਥ ਰਿਵੋਲਵ ਕਰ ਰਹੀ ਨਾ ਸਨ ਦੇ ਅਰਾਊਂਡ, ਤੇ ਮੂਨ ਰਿਵੋਲਵ ਕਰ ਰਿਹਾ ਅਰਥ ਦੇ ਅਰਾਊਂਡ। ਇਹਨੂੰ ਲੈ ਕੇ 3-4 ਕਨਸੈਪਟ ਨੇ ਜਿਹੜੇ ਮੇਨ ਨੇ, ਠੀਕ ਹੈ। ਉਹ ਆਪਾਂ ਇਸੇ ਕਲਾਸ ਵਿੱਚ ਕਰਾਂਗੇ। ਮਾਈਟ ਵੀ ਜਿਹੜਾ ਆਪਣਾ ਇਕਲਿਪਸਿਸ ਵਾਲਾ ਗ੍ਰਹਿਣ ਲੱਗਦੇ ਨੇ, ਸੋਲਰ ਇਕਲਿਪਸ ਆ ਜਾਂ ਲਿਊਨਰ ਇਕਲਿਪਸ ਆ, ਉਹ ਸ਼ਾਇਦ ਆਪਾਂ ਨੈਕਸਟ ਕਲਾਸ ਵਿੱਚ ਕਰੀਏ। ਪਰ 2 ਕਨਸੈਪਟ ਆਪਾਂ ਅੱਜ ਕੰਪਲੀਟ ਕਰ ਦਾਂਗੇ। ਕਿਹੜੇ? ਸਮਰ ਸੋਲਿਸਟਾਈਜ਼, ਵਿੰਟਰ ਸੋਲਿਸਟਾਈਜ਼ ਵਾਲਾ, ਤੇ ਦੂਜਾ ਟਾਈਡਸ ਵਾਲਾ। ਟਾਈਡਸ ਆਪਣੀਆਂ 2 ਤਰ੍ਹਾਂ ਦੀਆਂ ਹੁੰਦੀਆਂ ਨੇ, ਸਪਰਿੰਗ ਟਾਈਡ ਤੇ ਨੀਪ ਟਾਈਡ, ਠੀਕ ਹੈ। ਉਹ ਕਦੋਂ ਆਉਂਦੀਆਂ ਨੇ ਵੀ ਜਦੋਂ ਉਹਦੇ ਵੀ ਸਪਰਿੰਗ ਟਾਈਡ ਕਦੋਂ ਆਉਂਦੀ ਆ, ਜਦੋਂ ਤਿੰਨੇ ਅਰਥ, ਮੂਨ ਤੇ ਸਨ ਆ ਜਿਹੜਾ ਇੱਕ ਪੋਜੀਸ਼ਨ 'ਚ ਹੁੰਦੀਆਂ ਨੇ, ਠੀਕ ਹੈ। ਗ੍ਰੈਵਿਟੇਸ਼ਨਲ ਪੁੱਲ ਹਾਰਡ ਪੂਰਾ ਜ਼ਿਆਦਾ ਡਬਲ ਹੋ ਜਾਂਦਾ, ਤਾਂ ਕਰਕੇ ਸਪਰਿੰਗ ਟਾਈਡ ਆਉਂਦੀ ਆ। ਨੀਪ ਟਾਈਡ ਕਿਉਂ ਆਉਂਦੀ ਆ, ਨੀਪ ਟਾਈਡ ਕਿਹੜੀ ਪੋਜੀਸ਼ਨ 'ਤੇ ਆਉਂਦੀ, ਉਹ ਸਾਰੀ ਚੀਜ਼ਾਂ ਆਪਾਂ ਅੱਜ ਹੀ ਕਵਰ ਕਰਾਂਗੇ। ਹੁਣ ਆਪਾਂ ਪਹਿਲਾਂ ਦੇਖਦੇ ਹਾਂ ਇਕੁਨੋਕਸ ਤੇ ਸੋਲਿਸਟਾਈਜ਼, ਠੀਕ ਹੈ। ਸਭ ਤੋਂ ਪਹਿਲਾਂ ਸਮਰ ਸੀਜ਼ਨ ਵਿੱਚ ਕੀ ਹੁੰਦਾ? ਸਮਰ ਸੀਜ਼ਨ ਵਿੱਚ ਹੁੰਦਾ ਹੈ ਜੀ, ਕੀ ਹੁੰਦਾ? ਪਹਿਲੀ ਗੱਲ ਤਾਂ ਅਰਥ ਦੀ ਐਕਸਿਸ 23 ਡਿਗਰੀ ਟਿਲਟਡ ਹੈ, 23 ਡਿਗਰੀ ਆ 90 ਡਿਗਰੀ ਹੈ ਨਾ। ਅਰਥ ਮਾੜੀ ਜੀ ਟੇਢੀ ਹੈ, ਇਹ ਐਂ ਜੀ ਇੱਧਰਲੇ ਪਾਸੇ ਨੂੰ ਐਂ ਟੇਢੀ ਆ, 1-2 ਪੈਗ ਲਾਏ ਹੋਏ ਨੇ ਉਹਦੇ, ਠੀਕ ਹੈ। 23.5 ਡਿਗਰੀ ਇੱਧਰ ਨੂੰ ਟੇਢੀ ਹੋਈ ਹੈ। ਹੁਣ ਗਰਮੀਆਂ 'ਚ ਹੁੰਦਾ ਕੀ ਹੈ, ਸਿੰਪਲ ਭਾਸ਼ਾ 'ਚ ਸਮਝੀਏ ਪਰ ਗਰਮੀਆਂ 'ਚ ਹੁੰਦਾ ਕਿ ਆਪਣੇ ਗਰਮੀ ਜ਼ਿਆਦਾ ਪੈ ਜਾਂਦੀ ਹੈ। ਕਿਉਂਕਿ ਜਦੋਂ ਸੂਰਜ ਹੁੰਦਾ ਉਦੋਂ ਆਪਣੇ ਓਵਰਹੈੱਡ ਤੇ ਹੁੰਦਾ ਹੈ ਇੰਡੀਆ ਤੇ, ਟ੍ਰੋਪਿਕ ਆਫ ਕੈਂਸਰ ਦੇ। ਸਾਰਿਆਂ ਨੂੰ ਪਤਾ ਹੋਊਗਾ ਵੀ ਟ੍ਰੋਪਿਕ ਆਫ ਕੈਂਸਰ ਸਮਰ ਸੀਜ਼ਨ ਦੇ ਵਿੱਚ ਆਪਣੇ ਇੰਡੀਆ ਨੂੰ 2 ਭਾਗ ਵਿੱਚ ਡਿਵਾਈਡ ਕਰ ਦਿੰਦੀ ਹੈ। ਦੇਖੋ ਟ੍ਰੋਪਿਕ ਆਫ ਕੈਂਸਰ ਆ ਜਾ ਰਹੀ ਆ ਦੇਖੋ, ਆ 8 ਸਟੇਟਸ ਨੇ ਜਿਹਨੂੰ ਇਹ ਕਵਰ ਕਰਦੀ ਹੈ। ਨਾਲ ਮੈਪ ਵਰਕ ਨਾਲ ਹੀ ਚੱਲੀ ਜਾਊਗਾ, ਠੀਕ ਹੈ। ਨਾਲ 8 ਸਟੇਟਸ ਕਵਰ ਕਰਦੀਆਂ ਨੇ। ਬੱਚਿਓ ਇਹ ਵੀ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਦਿਓ, ਠੀਕ ਹੈ। ਜਿਹੜੇ ਬੱਚੇ ਨੂੰ ਪਤਾ ਉਹ ਦੱਸੋ, ਜਿਹੜੇ ਬੱਚੇ ਨੂੰ ਨਹੀਂ ਪਤਾ ਉਹ ਕਮੈਂਟਸ 'ਚ ਪੜੋ, ਠੀਕ ਹੈ। 8 ਸਟੇਟਸ 'ਚੋਂ ਵੀ ਨਿਕਲਦੀ ਹੈ ਟ੍ਰੋਪਿਕ ਆਫ ਕੈਂਸਰ। ਕਿਹੜੇ ਸੀਜ਼ਨ 'ਚ? ਸਮਰ ਸੀਜ਼ਨ 'ਚ। ਹੁਣ ਤੁਸੀਂ ਆਪੇ ਦੇਖੋ, ਜਦੋਂ ਸੂਰਜ ਆਪਣੇ ਬਿਲਕੁਲ ਉੱਪਰ ਹੋਊਗਾ, ਗਰਮੀ ਹੋਊਗੀ ਨਾ, ਤਾਂ ਹੀ ਉਸ ਟਾਈਮ ਸਮਰ ਸੀਜ਼ਨ ਹੁੰਦਾ ਆਪਣੇ, ਠੀਕ ਹੈ। ਪਹਿਲੀ ਗੱਲ ਤਾਂ ਆ ਹੋਗੀ। ਸਮਰ ਸੀਜ਼ਨ 'ਚ ਕਿੱਥੇ ਹੁੰਦਾ ਸੂਰਜ? ਟ੍ਰੋਪਿਕ ਆਫ ਕੈਂਸਰ ਤੇ। ਆ ਦੇਖੋ ਟ੍ਰੋਪਿਕ ਆਫ ਕੈਂਸਰ ਤੇ ਆ ਜਾ ਰਹੀ ਹੈ ਲੈਂਡ ਇੱਦਾਂ। ਨੈਕਸਟ ਆ ਜਾਓ, ਵਿੰਟਰ ਸੀਜ਼ਨ 'ਚ ਕੀ ਹੁੰਦਾ? ਜਦੋਂ ਆਪਣੇ ਸਰਦੀਆਂ ਹੁੰਦੀਆਂ ਨੇ ਉਦੋਂ ਕੀ ਹੁੰਦਾ? ਉਦੋਂ ਸੂਰਜ ਆਪਣੇ ਇੰਡੀਆ ਤੋਂ ਥੱਲੇ ਹੋ ਜਾਂਦਾ, ਆਸਟ੍ਰੇਲੀਆ ਵੱਲ ਆ ਜਾਂਦਾ। ਆ ਦੇਖੋ ਉਦੋਂ ਸੂਰਜ ਹੁੰਦਾ ਟ੍ਰੋਪਿਕ ਆਫ ਕੈਪਰੀਕੌਰਨ ਉੱਤੇ। ਸੂਰਜ ਦੀ ਰੇਸ ਹੁੰਦੀਆਂ ਨੇ, ਐਕਚੁਅਲੀ ਸੂਰਜ ਨਹੀਂ ਹੁੰਦਾ, ਸੂਰਜ ਦੀ ਰੇਸ ਉੱਥੇ 90 ਡਿਗਰੀ ਦਾ ਐਂਗਲ ਬਣਾ ਰਹੀਆਂ ਨੇ ਵਿੰਟਰ ਸੀਜ਼ਨ 'ਚ। ਆਹ ਵਾਲਾ 90 ਡਿਗਰੀ ਦਾ ਐਂਗਲ, ਮਤਲਬ ਵਰਟੀਕਲ ਰੇਸ ਨੇ, ਬਿਲਕੁਲ ਵਰਟੀਕਲ, ਠੀਕ ਹੈ। ਤਾਂ ਉੱਥੇ ਗਰਮੀ ਜ਼ਿਆਦਾ ਹੁੰਦੀ ਹੈ। ਤੇ ਸਮਰ ਸੀਜ਼ਨ ਵਿੱਚ 90 ਡਿਗਰੀ ਦਾ ਐਂਗਲ ਕਿੱਥੇ ਬਣਦਾ? ਟ੍ਰੋਪਿਕ ਆਫ ਕੈਂਸਰ ਤੇ। ਬਹੁਤ ਬੱਚੇ ਜਿਹੜੇ ਕਾਫੀ ਸਾਲਾਂ ਤੋਂ ਤਿਆਰੀ ਕਰ ਵੀ ਰਹੇ ਨੇ ਨਾ, ਇਹ ਵਾਲਾ ਟੌਪਿਕ ਨਾ ਬਹੁਤ ਮਤਲਬ ਕਿ ਡਾਈਸੀ ਜਿਹਾ ਰਹਿੰਦਾ, ਹਮੇਸ਼ਾ ਡਾਈਸੀ ਰਹਿੰਦਾ ਉਹਨਾਂ ਦਾ, ਹਮੇਸ਼ਾ ਹੀ ਮਤਲਬ ਕਿ ਕੁਛ ਨਾ ਕੋਈ ਗੜਬੜ ਹੋ ਹੀ ਜਾਂਦੀ ਆ। ਸੋ ਉਹ ਗੜਬੜ ਆਪਾਂ ਅੱਜ ਹੀ ਖਤਮ ਕਰਨੀ ਹੈ, ਠੀਕ ਹੈ। ਧਿਆਨ ਨਾਲ ਬਸ ਬਣੇ ਰਹੋ। ਟ੍ਰੋਪਿਕ ਆਫ ਸਮਰ ਸੀਜ਼ਨ 'ਚ ਹੁੰਦਾ ਟ੍ਰੋਪਿਕ ਆਫ ਕੈਂਸਰ ਤੇ, ਵਿੰਟਰ ਸੀਜ਼ਨ 'ਚ ਹੁੰਦਾ ਟ੍ਰੋਪਿਕ ਆਫ ਕੈਪਰੀਕੌਰਨ ਤੇ। ਤੇ ਸੂਰਜ ਇੱਦਾਂ ਹੀ ਘੁੰਮਦਾ। ਐਪਰੈਂਟ ਮੂਵਮੈਂਟ ਆਫ ਸਨ ਕੀ ਹੈ? ਟ੍ਰੋਪਿਕ ਆਫ ਕੈਂਸਰ ਤੋਂ ਬਾਅਦ ਟ੍ਰੋਪਿਕ ਆਫ ਕੈਪਰੀਕੌਰਨ ਤੇ, ਟ੍ਰੋਪਿਕ ਆਫ ਕੈਪਰੀਕੌਰਨ ਤੋਂ ਬਾਅਦ ਟ੍ਰੋਪਿਕ ਆਫ ਕੈਂਸਰ ਤੇ। ਇੱਦਾਂ ਹੀ ਮੂਵ ਕਰਦਾ ਉੱਪਰ ਨੀਚੇ, ਬਸ ਇੱਦਾਂ, ਠੀਕ ਹੈ। ਤੇ ਜੋ 1 ਸਾਲ ਦੇ ਵਿੱਚ 2 ਵਾਰੀ ਤਾਂ, 1 ਵਾਰੀ ਤਾਂ ਟ੍ਰੋਪਿਕ ਆਫ ਕੈਂਸਰ ਤੇ ਆਊਗਾ, 1 ਵਾਰੀ ਆਊਗਾ ਟ੍ਰੋਪਿਕ ਆਫ ਕੈਪਰੀਕੌਰਨ ਤੇ,
2 ਵਾਰੀ ਕਿੱਥੇ ਆਊਗਾ? ਇਕੁਏਟਰ ਤੇ। 2 ਵਾਰੀ ਇਕੁਏਟਰ ਵੀ ਤਾਂ ਕ੍ਰੋਸ ਕਰੂਗਾ। ਆ ਦੇਖੋ ਹੁਣ 2 ਵਾਰੀ ਇਕੁਏਟਰ ਨੂੰ ਕ੍ਰੋਸ ਕਰੂਗਾ, 1 ਵਾਰੀ ਟ੍ਰੋਪਿਕ ਆਫ ਕੈਂਸਰ ਤੇ ਆਊਗਾ, 1 ਵਾਰੀ ਆਊਗਾ ਟ੍ਰੋਪਿਕ ਆਫ ਕੈਪਰੀਕੌਨ ਤੇ। ਸੋ ਇਸ ਚੀਜ਼ ਨੂੰ ਧਿਆਨ ਰੱਖਦੇ ਹੋਏ ਸੂਰਜ ਦੀ ਜਿਹੜੀ ਮੂਵਮੈਂਟ ਹੈ ਉਹ ਹੋ ਰਹੀ ਹੈ ਇੱਦਾਂ, ਠੀਕ ਹੈ, ਇੱਦਾਂ ਹੋ ਰਹੀ ਹੈ। ਤੇ ਹੁਣ ਆਪਾਂ ਇੱਥੇ 4 ਪੁਆਇੰਟਸ ਲਾਉਣੇ ਨੇ, ਇੱਕ ਟ੍ਰੋਪਿਕ ਆਫ ਕੈਂਸਰ ਤੇ ਲਾਉਣਾ ਹੈ, ਇੱਕ ਟ੍ਰੋਪਿਕ ਆਫ ਕੈਪਰੀਕੌਨ ਤੇ ਲਾਉਣਾ ਹੈ, ਤੇ ਆਪਾਂ 2 ਪੁਆਇੰਟ ਲਾਉਣੇ ਨੇ ਇਕੁਏਟਰ ਤੇ। ਹੁਣ ਇੱਥੇ ਆਪਣੀ 4 ਟਰਮਸ ਨੇ ਜਿਹੜੀਆਂ ਉਹ ਕਲੀਅਰ ਹੋ ਜਾਣੀਆਂ। ਕਿਹੜੀਆਂ ਕਿਹੜੀਆਂ? ਇਕੁਨੋਕਸ, 2 ਇਕੁਨੋਕਸ ਨੇ, 2 ਹੀ ਸੋਲਿਸਟਾਈਜ਼ ਨੇ, ਸਮਰ ਸੋਲਿਸਟਾਈਜ਼ ਤੇ ਵਿੰਟਰ ਸੋਲਿਸਟਾਈਜ਼, ਤੇ ਸਪ੍ਰਿੰਗ ਇਕੁਨੋਕਸ ਤੇ ਆਟਮ ਇਕੁਨੋਕਸ। ਇੱਥੇ ਆਪਣੀਆਂ ਇਸ ਗੋਲ ਵਿੱਚ ਜਿਹੜੇ ਆਪਾਂ 4 ਆ ਡਾਟ ਲਾਈਨ ਹੈ ਨਾ, ਇੱਥੋਂ ਆਪਣੀ 4 ਟਰਮਸ ਕਲੀਅਰ ਹੋਣਗੀਆਂ। ਜਦੋਂ ਤਾਂ ਸੂਰਜ ਆ ਗਿਆ ਇਕੁਏਟਰ ਤੇ, ਇਕੁਏਟਰ ਤੇ ਆ ਗਿਆ 2 ਵਾਰੀ, ਜੋ 2 ਵਾਰੀ ਇਕੁਏਟਰ ਤੇ ਆ ਗਿਆ ਉਦੋਂ 2 ਕੀ ਹੋਣਗੇ? ਇਕੁਨੋਕਸ। ਇਕੁਨੋਕਸ ਆ ਦੇਖੋ ਇਹਦੇ ਚ ਲਿਖਿਆ ਹੋਇਆ, ਪੀਪੀਟੀ ਮਿਲ ਜੂਗੀ ਟੈਲੀਗ੍ਰਾਮ ਤੇ ਦੇਖ ਲਿਓ। ਆ ਇਕੁਨੋਕਸ ਮੈਂ ਇੱਥੇ ਲਿਖੂੰਗਾ ਨਹੀਂ ਕਿਉਂਕਿ ਫਿਰ ਖਿਚੜੀ ਜੀ ਪੱਕ ਜੂਗੀ, ਠੀਕ ਹੈ। ਜਦੋਂ ਇਕੁਏਟਰ ਤੇ ਆ ਗਏ 2 ਵਾਰੀ, 2 ਇਕੁਨੋਕਸ ਹੋਣਗੇ। ਇਹਨੂੰ ਯਾਦ ਕਰਨਾ ਵੀ ਸੌਖਾ, ਇਕੁਏਟਰ ਇਕੁਨੋਕਸ, EQ ਇਕੁਏਟਰ ਤੇ ਇਕੁਨੋਕਸ ਹੋਊਗਾ, ਠੀਕ ਹੈ। ਜੇ ਪੁੱਛ ਲਿਆ ਵੀ ਇਕੁਨੋਕਸ ਕਿੱਥੇ ਹੁੰਦਾ, ਟ੍ਰੋਪਿਕ ਆਫ ਕੈਂਸਰ ਤੇ ਹੁੰਦਾ, ਟ੍ਰੋਪਿਕ ਆਫ ਕੈਪਰੀਕੌਨ, ਤੁਹਾਨੂੰ ਪਤਾ ਹੋਣਾ ਚਾਹੀਦਾ ਇਕੁਏਟਰ ਤੇ ਹੁੰਦਾ। ਯਾਦ ਕਰਨਾ ਵੀ ਸੌਖਾ, ਇਕੁਏਟਰ ਤੇ ਇਕੁਨੋਕਸ ਮੈਚ ਹੀ ਕਰ ਰਹੇ ਨੇ। ਹੁਣ ਇੱਕ ਤਾਂ ਹੁੰਦਾ ਜੀ 21 ਮਾਰਚ ਨੂੰ, 21 ਮਾਰਚ ਇਹਦੇ ਚ ਪੀਪੀਟੀ ਚ ਲਿਖਿਆ ਹੋਇਆ, ਟੈਨਸ਼ਨ ਨਾ ਲਿਓ, ਠੀਕ ਹੈ, ਜੇ ਮੇਰੀ ਰਾਈਟਿੰਗ ਨਾ ਸਮਝ ਆਈ। ਦੂਜਾ ਕਦੋਂ ਹੁੰਦਾ ਜੀ? 23 ਸਤੰਬਰ ਨੂੰ। ਹੁਣ 21 ਮਾਰਚ ਵਾਲੇ ਮਹੀਨੇ ਕੀ ਚੱਲ ਰਿਹਾ ਹੁੰਦਾ? ਆਪਣੇ ਬਸੰਤ ਟਾਈਪ ਜਾਂ ਮੌਸਮ ਹੋ ਰਿਹਾ ਹੁੰਦਾ, ਠੀਕ ਹੈ, ਪਤੰਗ ਡਾ ਰਹੇ ਹੁੰਦੇ ਆਪਾਂ, ਠੀਕ ਹੈ। ਹੁਣ ਜਿਹੜਾ ਬਸੰਤ ਵਾਲਾ ਹੋਊਗਾ, ਜਿਹਨੂੰ ਆਪਾਂ ਕਹਿੰਦੇ ਨੇ ਸਪ੍ਰਿੰਗ ਸੀਜ਼ਨ, ਉਹ ਹੋਊਗਾ 21 ਮਾਰਚ ਵਾਲਾ ਸਪ੍ਰਿੰਗ ਇਕੁਨੋਕਸ। ਸਤੰਬਰ ਵਾਲੇ ਮਹੀਨੇ ਚੱਲ ਰਿਹਾ ਹੁੰਦਾ ਪਤਝੜ ਜਾ, ਹੈ ਨਾ, ਉਹਨੂੰ ਆਪਾਂ ਕਹਾਂਗੇ ਆਟਮ ਇਕੁਨੋਕਸ। ਸਿੰਪਲ, ਸਪ੍ਰਿੰਗ ਇਕੁਨੋਕਸ ਤੇ ਆਟਮ ਇਕੁਨੋਕਸ। ਜਦੋਂ ਸੂਰਜ ਕਿੱਥੇ ਹੋਊਗਾ? ਇਕੁਏਟਰ ਤੇ ਹੋਊਗਾ। 2 ਵਾਰੀ ਹੁੰਦਾ ਸਾਲ 'ਚ। ਫਿਰ 1 ਵਾਰੀ ਹੁੰਦਾ ਜੀ ਉਹ ਟ੍ਰੋਪਿਕ ਆਫ ਕੈਂਸਰ ਤੇ 1 ਵਾਰੀ ਹੁੰਦਾ ਟ੍ਰੋਪਿਕ ਆਫ ਕੈਪਰੀਕੌਨ ਤੇ। ਜਦੋਂ ਹੁੰਦਾ ਟ੍ਰੋਪਿਕ ਆਫ ਕੈਂਸਰ ਤੇ, ਜਦੋਂ ਆਪਣੇ ਇੱਥੇ ਅੱਗ ਵਰ ਰਹੀ ਹੁੰਦੀ ਹੈ, ਗਰਮੀ ਪੂਰੀ ਫੁੱਲ ਆਪਣੀ ਜ਼ੋਰਾਂ ਤੇ ਹੁੰਦੀ ਹੈ, ਠੀਕ ਹੈ, ਉਦੋਂ ਤਾਂ ਹੁੰਦਾ ਇਹ ਇੱਥੇ ਸੋਲਿਸਟਾਈਜ਼। ਕਿਹੜਾ ਸੋਲਿਸਟਾਈਜ਼ ਹੋਊਗਾ ਉਦੋਂ? ਸਮਰ ਹੈ ਜਦੋਂ, ਸਮਰ ਸੋਲਿਸਟਾਈਜ਼। ਸਿੰਪਲ, ਸਮਰ ਸੋਲਿਸਟਾਈਜ਼ ਇੱਥੇ ਲਿਖਿਆ ਹੋਇਆ ਦੇਖੋ। ਇਹਦੀ ਜਿਹੜੀ ਡੇਟ ਯਾਦ ਰੱਖਣੀ ਉਹ ਯਾਦ ਰੱਖਣੀ ਹੈ ਭਾਈ 21 ਜੂਨ। 21 ਜੂਨ 21 ਜੂਨ ਨੂੰ ਕੀ ਹੁੰਦਾ? ਸਭ ਤੋਂ ਬੜਾ ਦਿਨ ਹੁੰਦਾ, ਸਭ ਤੋਂ ਛੋਟੀ ਰਾਤ ਤੇ ਸਭ ਤੋਂ ਬੜਾ ਦਿਨ। ਹੁਣ ਜਦੋਂ ਸੂਰਜ ਟ੍ਰੋਪਿਕ ਆਫ ਕੈਂਸਰ ਤੋਂ ਇੱਧਰ ਵੱਲ ਵਧਿਆ 23 ਸਤੰਬਰ ਆਈ ਹੈ ਨਾ, 23 ਸਤੰਬਰ ਤੋਂ ਬਾਅਦ ਫਿਰ ਹੋਰ ਵਧਿਆ, ਫਿਰ ਟ੍ਰੋਪਿਕ ਆਫ ਕੈਪਰੀਕੌਨ ਤੇ ਪਹੁੰਚ ਜਾਂਦਾ ਹੈ। ਜੋ ਟ੍ਰੋਪਿਕ ਆਫ ਕੈਪਰੀਕੌਨ ਤੇ ਪਹੁੰਚਿਆ 22 ਦਸੰਬਰ ਇੱਕ ਡੇਟ ਯਾਦ ਰੱਖਣੀ ਹੈ। ਉਦੋਂ ਇੱਥੇ ਸਭ ਤੋਂ ਛੋਟੀ ਰਾਤ ਇੰਡੀਆ 'ਚ ਹੁੰਦੀ ਹੈ, ਸਭ ਤੋਂ ਬੜੀ ਰਾਤ ਆਸਟ੍ਰੇਲੀਆ 'ਚ ਹੁੰਦੀ ਹੈ, ਠੀਕ ਹੈ। ਉਹ ਸਭ ਤੋਂ ਛੋਟੀ ਰਾਤ ਹੋਊਗੀ ਸਰਦੀਆਂ ਦੇ ਵਿੱਚ, ਸਭ ਤੋਂ ਛੋਟੀ ਰਾਤ ਹੋਊਗੀ। ਹੁਣ ਇੰਡੀਆ ਦੇ ਵਿੱਚ ਜਦੋਂ ਸਮਰ ਸੋਲਿਸਟਾਈਜ਼ ਹੁੰਦਾ ਹੈ ਉਦੋਂ ਆਸਟ੍ਰੇਲੀਆ ਦੇ ਉਲਟ ਹੁੰਦਾ ਹੈ ਸਦਰਨ ਹੈਮੀਸਫੀਅਰ 'ਚ। ਸਦਰਨ ਹੈਮੀਸਫੀਅਰ 'ਚ ਉਦੋਂ ਵਿੰਟਰ ਸੋਲਿਸਟਾਈਜ਼ ਚੱਲ ਰਿਹਾ ਹੁੰਦਾ, ਠੀਕ ਹੈ। ਤੇ ਜਦੋਂ ਆਸਟ੍ਰੇਲੀਆ ਦੇ ਵਿੱਚ ਆਪਣਾ ਵਿੰਟਰ ਸੋਲਿਸਟਾਈਜ਼ ਹੁੰਦਾ ਹੈ ਤਾਂ ਆਪਣੇ ਉੱਥੇ ਕੀ ਹੁੰਦਾ? ਸਮਰ ਸੋਲਿਸਟਾਈਜ਼। ਇਹ ਯਾਦ ਰੱਖਿਓ, ਨਦਰਨ ਤੇ ਸਦਰਨ ਹੈਮੀਸਫੀਅਰ 'ਚ ਇਹ ਯਾਦ ਰੱਖਿਓ, ਉਲਟਾ ਚੱਲਦਾ ਕੰਮ, ਠੀਕ ਹੈ। ਤੇ ਆ ਆਪਣੇ 4 ਟਰਮਸ ਕਲੀਅਰ ਹੋ ਗਈਆਂ। ਇੱਥੋਂ ਆਪਣਾ ਜਿਹੜਾ ਆਹ ਵਾਲਾ ਕੁਐਸਚਨ ਹੈ ਨਾ, ਆਹ ਵਾਲਾ, ਇਹ ਸੋਲਵ ਹੋ ਗਿਆ, ਠੀਕ ਹੈ। ਇਹ ਮੇਰੇ ਮਤਲਬ ਆਲਰੇਡੀ ਅਸੀਂ ਲੈਕਚਰ 'ਚ ਮਾਸਟਰ ਕੋਰਸ ਵਿੱਚ ਕਰਵਾ ਰਹੇ ਹਾਂ ਚੀਜ਼ਾਂ, ਕਰਵਾਇਆ ਹੋਇਆ ਲੈਕਚਰ ਇਹ, ਠੀਕ ਹੈ, ਕੰਪਲੀਟ ਹੋ ਰਿਹਾ, ਉਹਦੇ ਵਿੱਚ ਕੁਐਸਚਨ ਹੈ, ਇਹ ਯਾਦ ਰੱਖਿਓ। ਐਪਲੀਕੇਸ਼ਨ ਆਫ ਨੌਲੇਜ ਬਹੁਤ ਇੰਪੋਰਟੈਂਟ ਹੈ। ਚਲੋ ਤੁਸੀਂ 4 ਟਰਮ ਥੋੜ੍ਹੀਆਂ ਅੱਜ ਕਲੀਅਰ ਹੋ ਗਈਆਂ। ਹਾਂ, ਹੁਣ ਇਕੁਨੋਕਸ ਤੇ ਸੋਲਿਸਟਾਈਜ਼ ਦੇ ਵਿੱਚ ਡਿਫਰੈਂਸ਼ੀਏਟ ਕਰਕੇ ਮੈਂ ਪੀਪੀਟੀ ਪਾਤੀ ਹੈ, ਜੋ ਡਿਫਰੈਂਸ ਹੈ, ਠੀਕ ਹੈ। ਦੁਬਾਰੇ ਰੀਡ ਕਰ ਲਓ, ਉਹੀ ਗੱਲਾਂ ਨੇ। ਇਕੁਨੋਕਸ ਕੀ ਆ? ਟਾਈਮ ਆਫ ਦ ਈਅਰ ਵੈਨ ਦ ਸਨ ਇਜ਼ ਨੀਅਰੈਸਟ ਟੂ ਦ ਇਕੁਟੋਰੀਅਲ ਪਲੇਨ ਗਿਵਿੰਗ ਇਕੁਅਲ ਲੈਂਥਸ ਆਫ ਡੇ ਐਂਡ ਨਾਈਟ। ਇਕੁਨੋਕਸ ਤੇ ਹੁੰਦਾ ਜਦੋਂ 12 ਦਿਨਾਂ ਦੀ ਰਾਤ ਹੁੰਦੀ ਹੈ ਤੇ 12 ਦਿਨਾਂ ਦਾ ਹੀ ਦਿਨ ਹੁੰਦਾ, ਠੀਕ ਹੈ। ਸੋਲਿਸਟਾਈਜ਼ ਕੀ ਹੁੰਦਾ? ਟਾਈਮ ਆਫ ਦ ਈਅਰ ਵੈਨ ਦ ਸਨ ਇਜ਼ ਫਾਰਦੈਸਟ ਫਰੋਮ ਦ ਇਕੁਟੋਰੀਅਲ ਪਲੇਨ। ਸਨ ਦੀ ਐਪਰੈਂਟ ਮੂਵਮੈਂਟ ਕੀ ਸੀਗੀ? ਟ੍ਰੋਪਿਕ ਆਫ ਕੈਂਸਰ ਟੂ ਟ੍ਰੋਪਿਕ ਆਫ ਕੈਪਰੀਕੌਨ, ਟ੍ਰੋਪਿਕ ਆਫ ਕੈਪਰੀਕੌਨ ਤੇ ਟ੍ਰੋਪਿਕ ਆਫ ਕੈਂਸਰ, ਠੀਕ ਹੈ। ਤੇ ਸੋਲਿਸਟਾਈਜ਼ ਕੀ ਹੁੰਦਾ? ਜੋ ਇਕੁਏਟਰ ਤੋਂ ਸਭ ਤੋਂ ਜ਼ਿਆਦਾ ਦੂਰ ਹੁੰਦਾ ਹੈ, ਫਾਰਦੈਸਟ ਫਰੋਮ ਦ ਇਕੁਟੋਰੀਅਲ ਪਲੇਨ ਰਿਜ਼ਲਟਿੰਗ ਇਨ ਲੌਂਗ ਨਾਈਟਸ ਐਂਡ ਡੇਜ਼, ਠੀਕ ਹੈ ਜੀ। ਆਹ ਸੋਲਿਸਟਾਈਜ਼ ਹੁੰਦਾ ਹੈ।
ਹੁਣ ਇਕਨੋਕਸ ਕਹਿੰਦਾ ਜਾਂ ਤਾਂ ਸਪਰਿੰਗ ਦੇ ਸਟਾਰਟ 'ਚ ਹੁੰਦਾ, ਬਸੰਤ ਦੀ ਸਟਾਰਟਿੰਗ 'ਚ ਹੁੰਦਾ, ਜਾਂ ਤਾਂ ਪਤਝੜ ਦੇ ਖਤਮ, ਜਦੋਂ ਪਤਝੜ ਖਤਮ ਹੋ ਰਿਹਾ ਹੁੰਦਾ ਉਦੋਂ ਹੁੰਦਾ ਹੈ। ਠੀਕ ਹੈ, ਤੋ ਇਸ ਹਿਸਾਬ ਨਾਲ ਜਾਂ ਤਾਂ ਉਹ ਸਪਰਿੰਗ ਇਕਨੋਕਸ ਹੋਊਗਾ ਜਾਂ ਹੋਊਗਾ ਆਟਮ ਇਕਨੋਕਸ। ਸਪਰਿੰਗ ਇਕਨੋਕਸ ਕਦੋਂ ਹੁੰਦਾ ਹੈ? 21 ਮਾਰਚ ਨੂੰ। ਤੇ ਆਟਮ ਇਕਨੋਕਸ ਕਦੋਂ ਹੁੰਦਾ ਹੈ? 22 ਸਤੰਬਰ ਨੂੰ, 23 ਸਤੰਬਰ ਨੂੰ, ਸੌਰੀ। ਠੀਕ ਹੈ, ਇਹਦੇ ਵਿੱਚ ਕਰੈਕਸ਼ਨ ਕਰ ਲਿਓ, 23 ਸਤੰਬਰ ਹੈ। ਹੁਣ ਇਕਨੋਕਸ ਸਾਲ ਵਿੱਚ ਹੁੰਦਾ 2 ਵਾਰੀ। ਸਨ ਦੀ ਐਪਰੈਂਟ ਮੂਵਮੈਂਟ ਕੀ ਹੈ? ਟ੍ਰੋਪਿਕ ਆਫ ਕੈਂਸਰ ਟੂ ਟ੍ਰੋਪਿਕ ਆਫ ਕੈਪਰੀਕॉन, ਤਾਂ 2 ਵਾਰੀ ਇਕੁਏਟਰ ਨੂੰ ਕੱਟੂਗਾ, ਸਾਲ 'ਚ 2 ਵਾਰੀ। ਹੈਪਨਸ ਟਵਾਈਸ ਅ ਈਅਰ। ਇੱਕ ਹੋਰ ਗੱਲ, ਸਪਰਿੰਗ ਇਕਨੋਕਸ ਦਾ ਇੱਕ ਹੋਰ ਨਾਮ ਵੀ ਆ, ਇਹਦੇ ਵਿੱਚ ਮੈਂ ਲਿਖਿਆ ਹੋਇਆ, ਉਹ ਯਾਦ ਕਰ ਲਿਓ, ਵਰਨਲ ਇਕਨੋਕਸ। ਵਰਨਲ ਇਕਨੋਕਸ ਵੀ ਇਹਨੂੰ ਹੀ ਕਹਿੰਦੇ, ਵਰਨਲ ਇਕਨੋਕਸ। ਠੀਕ ਹੈ ਜੀ। ਹੁਣ ਸੋਲਿਸਟਾਈਜ਼ ਵੀ 2 ਹੁੰਦੇ ਨੇ ਸਾਲ 'ਚ, ਜਾਂ ਤਾਂ ਸਮਰ ਸੋਲਿਸਟਾਈਜ਼ ਹੋਊਗਾ ਜਾਂ ਤਾਂ ਵਿੰਟਰ ਸੋਲਿਸਟਾਈਜ਼ ਹੋਊਗਾ, ਸਿੰਪਲ। ਇਹ ਵੀ 2 ਵਾਰੀ ਹੋਊਗਾ। ਹੁਣ ਜਾਂ ਤਾਂ 21 ਜੂਨ ਨੂੰ ਹੋਊਗਾ, ਜਦੋਂ ਆਪਣੇ ਇੱਥੇ ਪੂਰਾ ਮੀਂਹ ਕਹਤਾ ਯਾਰ, ਗਰਮੀ ਪੈ ਰਹੀ ਹੁੰਦੀ ਉਦੋਂ। ਠੀਕ ਹੈ, ਉਹ ਕੀ ਮੰਗੇ? ਸਮਰ ਸੋਲਿਸਟਾਈਜ਼। ਤੇ 22 ਸਤੰਬਰ 'ਚ ਕੀ ਹੁੰਦਾ? ਵਿੰਟਰ ਸੋਲਿਸਟਾਈਜ਼। ਠੀਕ ਹੈ ਜੀ, ਸਿੰਪਲ ਚੀਜ਼ਾਂ ਸਿੰਪਲ ਕਰਕੇ ਪੜ੍ਹਨੀਆਂ ਨੇ ਆਪਾਂ। ਫਿਰ ਆ ਗਈ ਜੀ ਟਾਈਡਸ। ਟਾਈਡ ਹੁੰਦੀ ਕੀ ਹੈ? ਪਹਿਲੀ ਗੱਲ ਤਾਂ ਟਾਈਡ ਹੁੰਦੀ ਹੈ ਪੀਰੀਓਡਿਕਲ ਫਲੋ ਆਫ ਵਾਟਰ, ਪੀਰੀਓਡਿਕਲ ਫਲੋ ਆਫ ਹਾਈ ਐਂਡ ਰਾਈਸ। ਠੀਕ ਹੈ, ਜਦੋਂ ਪਾਣੀ ਜਾਂ ਤਾਂ ਹਾਈ ਹੋਊਗਾ ਜਾਂ ਤਾਂ ਲੋ ਹੋਊਗਾ ਕਿਸੇ ਪਰਟੀਕੂਲਰ ਟਾਈਮ ਤੇ। ਠੀਕ ਹੈ, ਉਹ ਜਿਹੜਾ ਪੀਰੀਓਡਿਕਲ ਫਲੋ ਹੋਊਗਾ ਉਹਨੂੰ ਆਪਾਂ ਟਾਈਡ ਕਹਿ ਦਿੰਦੇ ਹਾਂ। ਤੇ ਟਾਈਡ ਦੇ 2 ਰੀਜ਼ਨ ਹੁੰਦੇ ਨੇ ਟਾਈਡਸ ਆਉਣ ਦੇ। ਇੱਕ ਤਾਂ ਗ੍ਰੈਵਿਟੇਸ਼ਨਲ ਫੋਰਸ ਹੁੰਦੀ ਹੈ ਸੂਰਜ ਦੀ ਤੇ ਆਪਣੀ ਚੰਦਰਮਾ ਦੀ, ਤੇ ਜਾਂ ਇੱਕ ਦੂਜੀ ਫੋਰਸ ਹੁੰਦੀ ਹੈ ਸੈਂਟਰੀਫਿਊਗਲ ਫੋਰਸ। ਠੀਕ ਹੈ, ਜਦੋਂ ਆਪਾਂ ਕੋਈ ਚੀਜ਼ ਨੂੰ ਇੱਦਾਂ ਘੁਮਾਉਂਦੇ, ਗੋਲ ਗੋਲ ਘੁਮਾਉਂਦੇ ਹਾਂ, ਠੀਕ ਹੈ, ਤਾਂ ਉਹਦਾ ਐਗਜ਼ਾਮਪਲ ਲੈ ਲਓ ਵੀ ਕੁੜੀਆਂ ਉਹ ਕਿੱਕਲੀ ਕਲੀਰ ਦੀ ਨਹੀਂ ਪਾਉਂਦੀਆਂ ਹੁੰਦੀਆਂ, ਹੈ ਨਾ, ਤਾਂ ਉਹ ਬਾਹਰ ਨੂੰ ਜਾਂਦੀਆਂ ਹੁੰਦੀਆਂ ਨੇ, ਤਾਂ ਉਦੋਂ ਮਤਲਬ ਕਿ ਸੈਂਟਰੀਫਿਊਗਲ ਫੋਰਸ ਜਿਹੜੀ ਚੀਜ਼ ਘੁੰਮ ਰਹੀ ਹੁੰਦੀ ਹੈ ਉਹਦੀ ਟੈਂਡੈਂਸੀ ਹੁੰਦੀ ਹੈ ਬਾਹਰ ਵੱਲ ਜਾਂਦੀ ਆ ਉਹ। ਠੀਕ ਹੈ, ਜਦ ਛੋਟੇ ਹੁੰਦੇ ਆਪਾਂ ਨੂੰ ਆਪਣੇ ਚਾਚੇ ਤਾਏ ਆਪਾਂ ਨੂੰ ਘੁਮਾਉਂਦੇ ਹੁੰਦੇ ਆ ਨਾ, ਆਪਾਂ ਨੂੰ ਫੜ ਕੇ ਘੁਮਾਉਂਦੇ ਆ, ਤਾਂ ਉਹ ਮਜ਼ਾ ਜਿਹਾ ਆਉਂਦਾ ਹੁੰਦਾ ਉਦੋਂ ਆਪਾਂ ਨੂੰ ਬਾਹਰ ਵਾਲੀ ਫੀਲਿੰਗ ਆਉਂਦੀ, ਬਾਹਰ ਵਾਲੀ। ਇਹ ਸੈਂਟਰੀਫਿਊਗਲ ਫੋਰਸ ਦਾ ਐਗਜ਼ਾਮਪਲ ਹੈ। ਠੀਕ ਹੈ ਜੀ, ਇਹ 2 ਫੋਰਸਿਸ ਨੇ ਜਿਹਦੇ ਕਰਕੇ ਟਾਈਡਸ ਆਉਂਦੀਆਂ ਨੇ। ਚਲੋ ਆਹੀ ਗੱਲਾਂ ਲਿਖੀਆਂ ਹੋਈਆਂ ਨੇ। ਹਾਂ, ਇੱਕ ਹੋਰ, ਟਾਈਡਸ ਆਉਣ ਪਿੱਛੇ ਗ੍ਰੈਵਿਟੇਸ਼ਨਲ ਫੋਰਸ ਆਫ ਮੂਨ ਹੈ ਨਾ, ਜਿਹੜੀ ਚੰਦਰਮਾ ਦੀ, ਮੂਨ ਦੀ ਗ੍ਰੈਵਿਟੇਸ਼ਨ ਫੋਰਸ ਹੋਊਗੀ ਉਹ ਜ਼ਿਆਦਾ ਹੁੰਦੀ ਹੈ ਟਾਈਡਸ ਨੂੰ ਲਿਆਉਣ ਦੇ ਰੀਜ਼ਨ 'ਚ, ਐਜ਼ ਕੰਪੇਅਰ ਟੂ ਸੂਰਜ ਦੀ ਗ੍ਰੈਵਿਟੇਸ਼ਨਲ ਫੋਰਸਿਸ। ਇਹ ਇੰਪੋਰਟੈਂਟ ਪੁਆਇੰਟ ਹੈ, ਕਿਸੇ ਐਗਜ਼ਾਮ 'ਚ ਪੱਕਾ ਹੋਊਗਾ, ਇੱਕ ਸਟੇਟਮੈਂਟ ਬਣ ਕੇ ਦੇਖਿਓ, ਯਾਦ ਕਰ ਲਿਓ। ਇਹਦੇ 'ਚ ਮੈਂ ਲਿਖਿਆ ਹੋਇਆ, ਮੂਨ ਗ੍ਰੈਵਿਟੇਸ਼ਨਲ ਪੁੱਲ ਇਜ਼ ਗ੍ਰੇਟਰ ਦੈਨ ਸਨ ਗ੍ਰੈਵਿਟੇਸ਼ਨਲ ਪੁੱਲ। ਇਹ ਯਾਦ ਰੱਖਿਓ ਫॉर द ਫਾਰਮੇਸ਼ਨ ਆਫ ਟਾਈਡਸ 'ਚ। ਈਵਨ ਦੋ ਦ ਸਨ ਇਜ਼ ਮਚ ਮੋਰ ਮੈਸਿਵ, ਉਹੀ ਗੱਲਾਂ, ਐਂਡ देयरफॉर हैज स्ट्रोंगर ओवरऑल ग्रेविटी, बट मून इज क्लोजर टू द अर्थ। बट मून क्लोजर है, तां करके उसकी ग्रेविटेशनल फोर्स ज़्यादा। ठीक है, टाइड्स की फॉर्मेशन च। अनदर फैक्टर की है, कहते सेंट्रीफ्यूगल फोर्स है। टुगैदर द ग्रेविटेशनल पुल ते सेंट्रीफ्यूगल फोर्स आर रिस्पोंसिबल फॉर क्रिएटिंग 2 मेजर टाइडल बल्ज ऑन द अर्थ। ਇਹਦੇ ਕਰਕੇ ਨਾ 2 टाइडल बल्जेस बनते हैं, मोटे ढिड बनते हैं, मोटे ढिड इक्वेटर ते। ठीक है, ਇਹਦੇ ਕਰਕੇ ਦੋਨਾਂ ਹੋਰ ਆਪਾਂ ਦੇਖਦੇ ਹਾਂ ਅੱਗੇ। ਆ ਦੇਖੋ, ਆ ਇਕੁਏਟਰ ਹੈ, ਇਕੁਏਟਰ। ਆ ਦੇਖੋ ਇੱਥੋਂ ਢਿੱਡ ਮੋਟਾ ਹੋ ਗਿਆ ਨਾ ਦਾ ਓਸ਼ਨ ਦਾ, ਇੱਥੋਂ ਇੱਧਰ ਹੋ ਗਿਆ। ਆ 2 ਟਾਈਡਲ ਬਲਜਸ ਬਣਦੀਆਂ ਨੇ। ਠੀਕ ਹੈ, ਇਹ ਕਿਉਂ ਬਣਦੀਆਂ ਨੇ? ਸੈਂਟਰੀਫਿਊਗਲ ਫੋਰਸ ਕਰਕੇ। ਉਦੋਂ ਜਿਹੜੀ ਚੀਜ਼ ਘੁੰਮ ਰਹੀ ਹੁੰਦੀ ਹੈ ਨਾ, ਉਹਦੀ ਟੈਂਡੈਂਸੀ ਹੁੰਦੀ ਹੈ ਬਾਹਰ ਦੇ ਜਾਣ ਨੂੰ, ਬਾਹਰ ਦੇ ਜਾਣ ਨੂੰ ਟੈਂਡੈਂਸੀ ਕਰਕੇ ਆ ਪਾਣੀ ਬਾਹਰ ਨੂੰ ਜਾਂਦਾ ਉਦੋਂ। ਇਹਦਾ ਰੀਜ਼ਨ ਕੀ ਆ? ਸੈਂਟਰੀਫਿਊਗਲ ਫੋਰਸ, ਯਾਦ ਰੱਖਿਓ। ਠੀਕ ਹੈ ਜੀ, ਆ ਦੇਖੋ, ਆ ਚੰਦਰਮਾ ਹੈ, ਗ੍ਰੈਵਿਟੇਸ਼ਨ ਪੁੱਲ ਪਾ ਰਿਹਾ ਇੱਥੇ। ਕਹਿੰਦਾ ਵੈਨ ਦ ਟਾਈਡ ਇਜ਼ ਚੈਨਲ ਬਿਟਵੀਨ ਆਈਲੈਂਡਸ ਔਰ ਇਨਟੂ ਬੇਸ ਔਰ ਐਸਚੁਰੀਜ਼, ਦੇ ਆਰ ਕਾਲਡ ਟਾਈਡਲ ਕਰੰਟਸ। ਐਸਚੁਰੀਜ਼ ਮੈਂ ਤੁਹਾਨੂੰ ਪੜ੍ਹਾਈ ਸੀ, ਬੇਸ ਵੀ ਪੜ੍ਹਾਵਾਂਗੇ ਆਪਾਂ ਵੀ ਬੇਸ ਕੀ ਹੁੰਦੇ ਨੇ। ਵੈਸੇ ਤਾਂ ਜ਼ਿਆਦਾਤਰ ਬੱਚਿਆਂ ਨੂੰ ਪਤਾ ਹੀ ਹੋਊਗਾ, ਹਡਸਨ ਬੇ ਆ, ਬੈਫਿਨ ਬੇ ਆ, ਹੈ ਨਾ। ਜਿਹੜੇ ਬੱਚੇ ਨੇ ਆਲਰੇਡੀ ਜੀਓਗ੍ਰਾਫੀ ਪੜ੍ਹੀ ਉਹਨਾਂ ਨੂੰ ਪਤਾ ਹੋਊਗਾ ਵੀ ਜਦੋਂ ਟਾਈਡਸ ਹੁੰਦੀਆਂ ਨੇ ਤਾਂ ਉਹ ਵਾਲੇ ਏਰੀਆ ਜ਼ਿਆਦਾ ਇੰਪੈਕਟ ਹੁੰਦੇ, ਉਹ 'ਚ ਜਿਹੜਾ ਰਾਈਜ਼ ਹੁੰਦਾ ਵਾਟਰ ਦਾ ਉਹ ਜ਼ਿਆਦਾ ਕਰਦਾ, ਤੇ ਫਾਲ ਵੀ ਜ਼ਿਆਦਾ ਕਰਦਾ, ਰਾਈਜ਼ ਵੀ ਜ਼ਿਆਦਾ ਕਰਦਾ। ਠੀਕ ਹੈ ਜੀ, ਚਲੋ ਉਹੀ ਕਹਿੰਦੇ ਆ ਵੀ ਜਦੋਂ ਆਈਲੈਂਡ ਜਾਂ ਬੇ ਐਸਚੁਰੀ 'ਚ ਤਾਂ ਉਦੋਂ ਜਿਹੜਾ ਪੀਰੀਓਡਿਕਲ ਫਲੋ ਉਹਨੂੰ ਆਪਾਂ ਕਹਿੰਦੇ ਟਾਈਡਲ ਕਰੰਟਸ। वर्टिकल डिस्टेंस बिटवीन दी हाई टाइड एंड लो टाइड, मैक्सिमम ते मिनिमम टाइड दा, ठीक है, वो की है ਉਹਦੀ रेंज, ਉਹਨੂੰ ਆਪਾਂ ਕੀ ਕਹਾਂਗੇ? टाइडल रेंज, सिंपल। चलो जी, आज जी भी पढ़ ਲਈ ਆਪਾਂ। ਹੁਣ ਇੱਥੇ ਆ ਜਾਓ। ਹੁਣ ਟਾਈਡਸ ਹੈਗੀਆਂ ਨੇ 2 ਤਰ੍ਹਾਂ ਦੀਆਂ, ਜਾਂ ਤਾਂ ਹੋਊਗੀ ਸਪਰਿੰਗ ਟਾਈਡ ਜਾਂ ਤਾਂ ਹੋਊਗੀ ਨੀਪ ਟਾਈਡ। ਠੀਕ ਹੈ, ਜਦੋਂ ਸੂਰਜ ਚੰਦਰਮਾ ਤੇ ਸੂਰਜ ਚੰਦਰਮਾ ਤੇ ਧਰਤੀ ਕਹਿਣਾ ਸੀ, ਅਰਥੀ ਕਹਿ ਹੋ ਗਿਆ।
ਸੂਰਜ ਚੰਦਰਮਾ ਤੇ ਧਰਤੀ ਇੱਕੋ ਪੋਜੀਸ਼ਨ 'ਚ ਆਉਂਦੀਆਂ ਨੇ, ਇੱਕ ਪੋਜੀਸ਼ਨ 'ਚ ਆਉਂਦੀਆਂ ਨੇ, ਹੈ ਨਾ। ਉਹਦੀ ਗ੍ਰੈਵਿਟੇਸ਼ਨਲ ਫੋਰਸ ਆ ਜਿਹੜੀ ਜ਼ਿਆਦਾ ਲੱਗਦੀ ਆ ਉਦੋਂ। ਉਹਦੇ ਕਰਕੇ ਜਦੋਂ ਜ਼ਿਆਦਾ ਆਉਂਦੀ ਆ ਉਹਦੇ ਕਰਕੇ ਬਲਜ ਜਿਹੜਾ ਹੋਰ ਮੋਟਾ ਹੋ ਜਾਂਦਾ, ਢਿੱਡ ਹੋਰ ਮੋਟਾ ਹੋ ਜਾਂਦਾ ਇਕੁਏਟਰ 'ਤੇ ਪਾਣੀ ਵਾਲਾ। ਉਹਦੇ ਕਰਕੇ ਜਿਹੜੀਆਂ ਉਹ ਟਾਈਡਸ ਆਉਂਦੀਆਂ ਉਹਨੂੰ ਆਪਾਂ ਕਹਿੰਦੇ ਆ ਸਪਰਿੰਗ ਟਾਈਡ, ਠੀਕ ਹੈ। ਜਦੋਂ ਇੱਕ ਲਾਈਨ 'ਚ ਆਉਂਦੀਆਂ ਨੇ, ਇਹ 'ਚ ਦੇਖੋ ਆ ਜਿਫ ਐਡ ਕੀਤੀ ਹੋਈ ਆ, ਆ ਸੂਰਜ ਹੈ, ਇੱਥੇ ਚੰਦਰਮਾ ਜਦੋਂ ਆਊਗਾ, ਆ ਦੇਖੋ ਆ ਜਿਫ ਮੂਵ ਕਰ ਰਹੀ ਹੈ। ਇੱਕ ਤਾਂ ਆ ਪੋਜੀਸ਼ਨ ਆ ਗਈ, ਦੇਖੋ ਆ ਪੋਜੀਸ਼ਨ ਆ ਗਈ, ਇੱਕ ਇੱਥੇ ਆਊਗਾ। ਇੱਥੇ ਕਿਹੜਾ ਹੁੰਦਾ ਜੀ, ਨਿਊ ਮੂਨ, ਇਹ ਵੀ ਆਪਾਂ ਇੱਥੇ ਕਰ ਲੈਂਦੇ ਨਿਊ ਮੂਨ। ਇਸ ਪੋਜੀਸ਼ਨ ਤੇ ਕਿਹੜਾ ਹੁੰਦਾ, ਫੁੱਲ ਮੂਨ। ਜਦੋਂ ਚੰਦਰਮਾ ਆਪਣਾ ਮੂਨ ਨਿਊ ਮੂਨ ਤੇ ਹੋਊਗਾ, ਫੁੱਲ ਮੂਨ ਤੇ ਹੋਊਗਾ, ਉਦੋਂ ਅਰਥ, ਮੂਨ ਤੇ ਸੂਰਜ, ਸਨ ਇੱਕ ਪੋਜੀਸ਼ਨ, ਇੱਕ ਲਾਈਨ 'ਚ ਹੋਣਗੇ। ਜਦੋਂ ਉਦੋਂ ਟਾਈਡਸ ਆਉਣਗੀਆਂ ਵੱਡੀਆਂ ਆਉਣਗੀਆਂ ਐਜ਼ ਕੰਪੇਅਰ ਟੂ ਅਦਰ ਪੋਜੀਸ਼ਨਸ। ਜਦੋਂ ਉਹ ਟਾਈਡਸ ਆਉਣਗੀਆਂ ਉਹਨੂੰ ਆਪਾਂ ਕਹਾਂਗੇ ਸਪਰਿੰਗ ਟਾਈਡ, ਠੀਕ ਹੈ। ਆ ਦੇਖੋ ਇਹ ਇੱਥੇ ਪਹੁੰਚੂਗਾ, ਇੱਥੇ ਦੇਖੋ ਉਦੋਂ ਚੇਂਜ ਹੋ ਜਾਊਗਾ ਇਹ ਜਿਫ, ਇੱਥੇ ਪਹੁੰਚ ਗਿਆ ਸਪਰਿੰਗ ਟਾਈਡ। ਜਦੋਂ ਇੱਥੇ ਆਊਗਾ, ਇੱਥੇ ਆ ਗਿਆ ਨੀਪ ਟਾਈਡ। ਹੁਣ ਫਿਰ ਇੱਥੇ ਆਊਗਾ ਨਿਊ ਮੂਨ ਪੋਜੀਸ਼ਨ ਤੇ ਸਪਰਿੰਗ ਟਾਈਡ। ਫਿਰ ਇੱਥੇ ਆਊਗਾ, ਆ ਜਾ ਵੀ ਆ ਜਾ, ਨੀਪ ਟਾਈਡ, ਠੀਕ ਹੈ। ਜਦੋਂ ਤਾਂ ਇੱਕ ਪੋਜੀਸ਼ਨ 'ਚ ਹੋਏ ਤਿੰਨੇ ਜਾਣੇ, ਉਦੋਂ ਆਊਗੀ ਸਪਰਿੰਗ ਟਾਈਡ। ਦੋ ਵਾਰੀ ਆਊਗੀ, ਇੱਕ ਨਿਊ ਮੂਨ ਡੇ ਤੇ ਆਊਗੀ, ਇੱਕ ਫੁੱਲ ਮੂਨ ਡੇ ਤੇ ਆਊਗੀ। ਜਦੋਂ ਤਾਂ ਇਹ ਇਸ ਪੋਜੀਸ਼ਨ ਤੇ ਹੋਈ 90 ਡਿਗਰੀ ਐਂਗਲ ਤੇ, ਸੂਰਜ ਦੇ 90 ਡਿਗਰੀ ਐਂਗਲ ਤੇ ਹੋਈ ਜਦੋਂ, ਉਦੋਂ ਜਿਹੜੀ ਇਹਦੀ ਫੋਰਸ ਆ ਗ੍ਰੈਵਿਟੇਸ਼ਨਲ ਫੋਰਸ ਤੇ ਇਹਦੀ ਗ੍ਰੈਵਿਟੇਸ਼ਨਲ ਫੋਰਸ ਇੱਕ ਦੂਜੇ ਨੂੰ ਕਾਉਂਟਰੈਕਟ ਕਰਨਗੀਆਂ। ਗ੍ਰੈਵਿਟੇਸ਼ਨਲ ਪੁੱਲ ਜਿਹੜੀ ਉਦੋਂ ਚੰਦਰਮਾ ਦੀ ਘਟ ਜਾਊਗੀ, ਉਦੋਂ ਜਿਹੜੀ ਟਾਈਡ ਆਊਗੀ ਉਹ ਕੰਪੈਰੇਟਿਵਲੀ ਘੱਟ ਆਊਗੀ। ਉਹਦੀ ਜਿਹੜੀ ਮੈਕਸਿਮਮ ਟਾਈਡਲ ਰੇਂਜ ਹੋਊਗੀ ਨਾ, ਟਾਈਡਲ ਰੇਂਜ ਆਪਾਂ ਹੁਣੇ ਪੜ੍ਹੀ ਆ, ਉਹ ਟਾਈਡਲ ਰੇਂਜ ਘੱਟ ਹੋ ਜਾਊਗੀ। ਜਦੋਂ ਉਹ ਟਾਈਡ ਆਊਗੀ ਉਹਨੂੰ ਆਪਾਂ ਕਹਿੰਦੇ ਨੀਪ ਟਾਈਡ, ਠੀਕ ਹੈ। ਬਸ ਇਹਦੇ ਵਿੱਚ ਟਾਈਡ ਵਿੱਚ ਪਹਿਲਾਂ ਤਾਂ ਆਪਾਂ ਆਹ ਚੀਜ਼ ਸਮਝ ਲਈਏ, ਇਹ ਸੂਰਜ ਤਿੰਨਾਂ ਜਾਣਿਆਂ ਦੀ ਪੋਜੀਸ਼ਨ ਦੇ ਹਿਸਾਬ ਤੇ ਆਉਂਦੀਆਂ ਨੇ, ਠੀਕ ਹੈ। ਸਪਰਿੰਗ ਟਾਈਡ ਕਦੋਂ ਆਊਗੀ, ਨੀਪ ਟਾਈਡ ਕੀ ਆਊਗੀ, ਸਮਝ ਲੱਗ ਗਈ ਹੋਣੀ ਆਈ ਹੋਪ ਸਾਰਿਆਂ ਨੂੰ। ਟਾਈਡਲ ਬਲਜ ਆਪਾਂ ਕਰ ਲਿਆ, ਓਕੇ। ਟਾਈਡਲ ਬਲਜਿਸ, ਕੌਂਟੀਨੈਂਟਲ ਸ਼ੈਲਵਸ, ਓਸ਼ਨ ਕਨਫੀਗਰੇਸ਼ਨ 'ਚ ਆਪਾਂ ਪੜ੍ਹਦੇ ਹਾਂ। ਕੌਂਟੀਨੈਂਟਲ ਸ਼ੈਲਵ ਹੁੰਦੀ ਹੈ ਜਿਹੜੀ ਜਦੋਂ ਬੀਚ ਖਤਮ ਹੋਇਆ, ਸਮੁੰਦਰ ਸਟਾਰਟ ਹੋਇਆ, ਇੱਕ ਹੌਰੀਜ਼ੋਨਟਲ ਇੱਕ ਮਤਲਬ ਕਿ ਸਰਫੇਸ ਹੁੰਦੀ ਹੈ ਜਿਹੜੀ ਕਾਫੀ ਕਿਲੋਮੀਟਰ ਤੱਕ ਜਾਂਦੀ ਹੈ, ਠੀਕ ਹੈ। ਉਹ ਜਿਹੜੀ ਹੌਰੀਜ਼ੋਨਟਲ ਸਰਫੇਸ ਹੁੰਦੀ ਹੈ ਉਹ ਕੌਂਟੀਨੈਂਟਲ ਸ਼ੈਲਵ ਹੁੰਦੀ ਹੈ। ਓਸ਼ਨ ਕਨਫੀਗਰੇਸ਼ਨ 'ਚ ਆਪਾਂ ਪੜ੍ਹਦੇ ਹਾਂ। ਅਤੇ ਉਹੀ ਕੌਂਟੀਨੈਂਟਲ ਸ਼ੈਲਫ ਜਦੋਂ ਇੱਕਦਮ ਹੀ ਸਲਾਈਟਲੀ ਥੱਲੇ ਨੂੰ ਮਤਲਬ ਮੂਵ ਕਰਦੀ ਹੈ, ਫਿਰ ਉਹ ਡੂੰਘੀ ਹੋਣੇ ਸਟਾਰਟ ਹੋ ਜਾਂਦਾ, ਸਮੁੰਦਰ ਡੂੰਘਾ ਹੋਣਾ ਸਟਾਰਟ ਹੋ ਜਾਂਦਾ, ਉਹਨੂੰ ਆਪਾਂ ਕਹਿੰਦੇ ਹਾਂ ਕੌਂਟੀਨੈਂਟਲ ਸਲੋਪ। ਕਹਿੰਦਾ ਟਾਈਡਲ ਬਲਜ ਦੀ ਗੱਲ ਕਰ ਰਿਹਾ। ਕੌਂਟੀਨੈਂਟਲ ਸ਼ੈਲਸ ਤੇ ਹਾਈਟ ਉਹਦੀ ਗ੍ਰੇਟੈਸਟ ਹੁੰਦੀ ਹੈ ਬਲਜਿਸ ਦੀ, ਠੀਕ ਹੈ। ਅਤੇ ਮਿਡ ਓਸ਼ੀਆਨਿਕ ਆਈਲੈਂਡਸ ਤੇ ਲੋ ਹੁੰਦੀ ਹੈ। ਜਦੋਂ ਆਪਾਂ ਓਸ਼ਨ ਵੱਲ ਜਾਈ ਜਾਵਾਂਗੇ ਟਾਈਡ ਘਟਦੀ ਜਾਊਗੀ, ਇਹ ਤੁਸੀਂ ਯਾਦ ਰੱਖਿਓ। ਬੇਸ ਤੇ ਐਸਚੁਰੀਜ਼, ਕਹਿੰਦਾ ਦ ਸ਼ੇਪ ਆਫ ਬੇਸ ਐਂਡ ਐਸਚੁਰੀਜ਼ ਅਲੋਂਗ ਦੀ ਕੋਸਟਲਾਈਨ ਕੈਨ ਮੈਗਨੀਫਾਈ ਦ ਇੰਟੈਂਸਿਟੀ ਆਫ ਟਾਈਡਸ। ਬੇਸ ਤੇ ਐਸਚੁਰੀਜ਼ ਵਿੱਚ ਤਾਂ ਹੋਰ ਵੀ ਜ਼ਿਆਦਾ ਇਨਕਰੀਜ਼ ਹੋ ਜਾਂਦੀ ਹੈ, ਜਿੱਦਾਂ ਬੈਫਿਨ ਬੇ ਹੈ, ਹਡਸਨ ਬੇ ਹੈ, ਠੀਕ ਹੈ, ਜਾਂ ਆਪਣਾ ਹੋਰ ਵੀ ਕਈ ਬੇਸ ਨੇ। ਉੱਥੇ ਜਾ ਕੇ ਜਿਹੜੀ ਟਾਈਡਸ ਨੇ, ਜੇ ਟਾਈਡਸ ਦੀ ਜਿਹੜੀ ਲੈਂਥ ਆ, ਟਾਈਡਲ ਰੇਂਜ ਆ, ਉਹ ਇਨਕਰੀਜ਼ ਹੋ ਜਾਂਦੀ ਹੈ, ਯਾਦ ਰੱਖਣਾ ਆਪਾਂ। ਚਲੋ ਜੀ, ਇਹ ਆਪਾਂ ਓਸ਼ਨ ਕਨਫੀਗਰੇਸ਼ਨ 'ਚ ਪੜ੍ਹਨੀਆਂ ਨੇ ਚੀਜ਼ਾਂ, ਠੀਕ ਹੈ। ਟ੍ਰੈਂਚਿਸ ਵਗੈਰਾ ਪੜ੍ਹਨੀਆਂ ਨੇ, ਬਸ ਸਬਮਰੀਨ ਕੈਨੀਅਨਸ ਵਗੈਰਾ ਪੜ੍ਹਨੇ ਨੇ, ਜਾਂ ਮਾਈਨਰ ਲੈਂਡ ਫਾਰਮਸ ਆਉਂਦੀਆਂ ਨੇ। ਆਹ ਦੇਖੋ, ਆਹ ਸਿੰਪਲ ਉਹੀ ਆ ਗਿਆ। ਸਪਰਿੰਗ ਟਾਈਡ ਤੇ ਨੀਪ ਟਾਈਡ ਦੇ ਵਿੱਚ ਡਿਫਰੈਂਸ ਕੀ ਆ, ਮੈਂ ਇਹਨੂੰ ਟੈਕਸਟ ਫਾਰਮ 'ਚ ਇਹਦੇ ਵਿੱਚ PPT 'ਚ ਐਡ ਕਰਤਾ, ਟੈਲੀਗ੍ਰਾਮ ਦੇ ਤੁਹਾਨੂੰ ਮਿਲ ਜਾਊਗਾ, ਠੀਕ ਹੈ। ਰੀਡ ਕਰ ਲਿਆ ਇਹਨੂੰ। ਆਹ ਉਹੀ ਗੱਲਾਂ ਨੇ ਜਿਹੜੀ ਮੈਂ ਬੋਲੀਆਂ ਨੇ। ਸਪਰਿੰਗ ਟਾਈਡ ਕੀ ਆ, ਸਨ ਮੂਨ ਤੇ ਅਰਥ ਸਟ੍ਰੇਟ ਲਾਈਨ 'ਚ ਨੇ। ਨੀਪ ਟਾਈਡ 'ਚ ਕੀ ਆ, ਸਨ ਮੂਨ ਆ ਜਿਹੜੇ ਰਾਈਟ ਐਂਗਲ ਤੇ ਨੇ ਇੱਕ ਦੂਜੇ ਤੋਂ, ਉਹਦੇ ਕਰਕੇ ਇੱਕ ਦੂਜੇ ਨੂੰ ਕਾਉਂਟਰੈਕਟ ਕਰ ਰਹੇ ਨੇ, ਠੀਕ ਹੈ ਜੀ। ਹੁਣ ਆਹ ਦੋ ਟਰਮਸ ਵੀ ਪੜ੍ਹ ਲਈ ਆਪਾਂ, ਐਬ ਤੇ ਫਲੋ। ਫਲੋ ਨੂੰ ਫਲੱਡ ਵੀ ਕਿਹਾ ਜਾਂਦਾ ਹੈ। ਫਲੱਡ ਕੀ ਆ, ਕਹਿੰਦਾ ਟਾਈਮ ਬਿਟਵੀਨ ਦਾ ਲੋ ਟਾਈਡ ਐਂਡ ਹਾਈ ਟਾਈਡ ਵੈਨ ਦਾ ਟਾਈਡ ਇਜ਼ ਰਾਈਸਿੰਗ। ਟਾਈਡਲ ਰੇਂਜ ਦੇ ਵਿੱਚ ਜਦੋਂ ਪਾਣੀ ਵੱਧ ਰਿਹਾ ਹੁੰਦਾ, ਜਦੋਂ ਪਾਣੀ ਇਨਕਰੀਜ਼ ਕਰ ਰਿਹਾ ਹੁੰਦਾ, ਉਹਨੂੰ ਆਪਾਂ ਕੀ ਕਹਿੰਦੇ ਆ, ਫਲੱਡ। ਫਲੱਡ ਤੋਂ ਹੀ ਹਿਸਾਬ ਲਾ ਲਓ, ਜਦੋਂ ਫਲੱਡ ਆਉਂਦਾ ਪਾਣੀ ਦੀ ਮਾਤਰਾ ਇਨਕਰੀਜ਼ ਹੋ ਜਾਂਦੀ ਹੈ ਨਾ, ਬਸ ਜਦੋਂ ਪਾਣੀ ਟਾਈਡਲ ਵਾਲੀ ਫਾਰਮ 'ਚ ਇਨਕਰੀਜ਼ ਹੋ ਰਿਹਾ ਉਹਨੂੰ ਆਪਾਂ ਫਲੱਡ ਕਹਿੰਦੇ ਆ। ਜਦੋਂ ਘਟਦਾ ਜਾਊਗਾ ਉਹਨੂੰ ਕਹਾਂਗੇ ਫੈਬ। ਐਬ ਤੇ ਫਲੋ ਵਿੱਚ ਆਹੀ ਡਿਫਰੈਂਸ ਆ, ਬਸ ਹੋਰ ਕੁਝ ਵੀ ਨਹੀਂ ਹੈਗਾ, ਠੀਕ ਹੈ। ਪੜ੍ਹੋਗੇ ਤੁਹਾਨੂੰ ਪਤਾ ਲੱਗ ਜਾਊਗਾ। ਚਲੋ ਜੀ, ਹੁਣ ਆਪਣੀ ਸ਼ਾਇਦ ਲਾਸਟ ਸਲਾਈਡ ਹੈ, ਹਾਂ ਆਪਣੀ ਲਾਸਟ ਸਲਾਈਡ ਹੈ, ਠੀਕ ਹੈ ਜੀ। ਟਾਈਪ ਆਫ ਟਾਈਡਸ ਔਨ ਦਾ ਬੇਸਿਸ ਆਫ ਫ੍ਰੀਕੁਐਂਸੀ, ਵੀ ਕਿੱਥੇ ਇੱਕ ਵਾਰੀ ਆਉਂਦੀ ਆ ਹਾਈ ਟਾਈਡ ਜਾਂ ਲੋ ਟਾਈਡ, ਜਾਂ ਕਿੱਥੇ ਦੋ ਆਉਂਦੀਆਂ ਨੇ। ਉਸ ਹਿਸਾਬ ਨਾਲ ਵੀ ਆਪਾਂ ਇਹਨੂੰ ਤਿੰਨ ਤਰੀਕੇ 'ਚ ਇਹਨੂੰ ਸੈਗਰੀਗੇਟ ਕਰਦੇ ਹਾਂ। ਪਹਿਲਾ ਕੀ ਆ, ਸੈਮੀ ਡਾਈਯੂਰਨਲ ਟਾਈਡ, ਦੂਜਾ ਡਾਈਯੂਰਨਲ ਟਾਈਡ, ਤੇ ਤੀਜਾ ਕੀ ਹੈ, ਮਿਕਸ ਟਾਈਡ। ਓਕੇ, ਸੈਮੀ ਡਾਈਯੂਰਨਲ ਟਾਈਡ 'ਚ ਕੀ ਹੁੰਦਾ,
2 ਹਾਈ ਟਾਈਡਸ ਆਉਂਦੀਆਂ ਨੇ ਤੇ 2 ਹੀ ਲੋ ਟਾਈਡਸ ਆਉਂਦੀਆਂ ਨੇ। ਸਕਸੈਸਿਵ ਹਾਈ ਔਰ ਹਾਈ ਟਾਈਡਸ ਆਰ ਦਾ ਸੇਮ ਹਾਈਟ। ਮੋਸਟ ਕਾਮਨ ਟਾਈਡ ਡਾਈਯੂਰਨਲ, ਸੈਮੀ ਡਾਈਯੂਰਨਲ ਟਾਈਡ ਇੱਕ ਕਾਮਨ ਟਾਈਡ ਹੈ, ਠੀਕ ਹੈ, ਜ਼ਿਆਦਾਤਰ ਇਹੀ ਹੁੰਦੀ ਆ। ਫਿਰ ਆਉਂਦੀ ਹੈ ਡਾਈਯੂਰਨਲ ਟਾਈਡ, ਜਿਹਦੇ ਵਿੱਚ ਇੱਕ ਹਾਈ ਟਾਈਡ ਹੁੰਦੀ ਹੈ ਤੇ ਇੱਕ ਲੋ ਟਾਈਡ ਹੁੰਦੀ ਹੈ। ਤੇ ਫਿਰ ਆਉਂਦੀ ਹੈ ਮਿਕਸ ਟਾਈਡ, ਜਿਹਦੇ ਵਿੱਚ ਟਾਈਡਸ ਦੀ ਵੇਰੀਏਸ਼ਨ ਹੁੰਦੀ ਹੈ ਹਾਈਟ ਵਿੱਚ, ਜਾਂ ਤਾਂ ਕਦੇ ਹੌਲੀ ਕਦੇ ਉੱਚੀ ਆ ਜਾਂਦੀ, ਕਦੇ ਨੀਵੀਂ ਆ ਜਾਂਦੀ ਹੈ, ਠੀਕ ਹੈ। ਜਦੋਂ ਉਹਦੇ ਵਿੱਚ ਵੇਰੀਏਸ਼ਨਸ ਹੁੰਦੀ ਉਹਨੂੰ ਆਪਾਂ ਕੀ ਕਹਿੰਦੇ ਆ, ਮਿਕਸਡ ਟਾਈਡਸ। ਸੋ ਆਹ ਦਾ ਟਾਈਪ ਆਫ ਟਾਈਡਸ ਨੇ ਔਨ ਦਾ ਬੇਸਿਸ ਆਫ ਫ੍ਰੀਕੁਐਂਸੀ, ਠੀਕ ਹੈ ਜੀ। ਇੱਥੇ ਆਪਣਾ ਅੱਜ ਪਹਿਲਾ ਲੈਕਚਰ ਆ ਜਿਹੜਾ ਖਤਮ ਹੋ ਰਿਹਾ, ਤੇ ਆਪਾਂ ਅੱਗੇ ਜਾ ਕੇ ਅੱਜ ਸੀਗਾ ਮੰਡੇ, ਟਿਊਜ਼ਡੇ, ਵੈਡਨਸਡੇ, ਥਰਸਡੇ, ਫਰਾਈਡੇ, ਸੈਟਰਡੇ ਨੂੰ ਫਿਰ ਆਪਣੀ ਜੀਐਸ ਦੀ ਕਲਾਸ ਹੋਊਗੀ। ਤੇ ਫਿਰ ਆਪਾਂ ਇੱਕ ਤਾਂ ਆਪਾਂ ਇਕਲਿਪਸਿਸ ਵਾਲਾ ਇਕਲਿਪਸਿਸ ਵਾਲਾ ਟੌਪਿਕ ਕਰਾਂਗੇ, ਠੀਕ ਹੈ, ਲਿਊਨਰ ਇਕਲਿਪਸ ਆਉਂਦਾ ਜਾਂ ਫਿਰ ਸੋਲਰ ਇਕਲਿਪਸ ਆਉਂਦਾ। ਤੇ ਨਾਲ ਅੱਜ ਆ ਆਪਣਾ ਕੰਪਲੀਟ ਹੋ ਗਿਆ ਤਾਂ ਮੈਂ ਥੱਲੇ ਮਤਲਬ ਕਿ ਇੱਕ ਅਪਲੋਡ ਕਰਵਾ ਦੂੰਗਾ ਫਾਈਲ, ਕਮੈਂਟ ਸੈਕਸ਼ਨ 'ਚ ਕਰਵਾ ਦੂੰਗਾ ਨਾ, ਜਿੱਦਾਂ ਕਿ ਫਿਰ ਉਹ ਕੁਐਸਚਨ ਤੁਸੀਂ ਸੋਲਵ ਕਰ ਲਿਓ, MCQs ਵਗੈਰਾ ਉਹ ਇਹਦੇ ਤੇ ਰਿਲੇਟਡ ਹੋਣਗੇ, ਠੀਕ ਹੈ। ਤੇ ਫਿਜ਼ੀਕਲ ਜੀਓਗ੍ਰਾਫੀ ਜਿਹੜੀ ਆਪਾਂ ਹੁਣ ਉਹ ਤੇ ਫੋਕਸ ਰੱਖਣਾ, ਕਿਉਂਕਿ PPSC ਕੁਐਸਚਨਸ ਪੁੱਛ ਰਹੀ ਹੈ। ਇੰਡੀਅਨ ਜੀਓਗ੍ਰਾਫੀ ਤਾਂ ਰੱਖਣਾ ਹੀ ਰੱਖਣਾ, ਮੈਪ ਵਰਕ ਵੀ ਮੈਂ ਫੁੱਲ ਕਰਵਾਉਂਗਾ, ਠੀਕ ਹੈ, ਉਹਦੀ ਟੈਨਸ਼ਨ ਨਾ ਲਿਓ, ਪਰ ਫਿਜ਼ੀਕਲ ਜੀਓਗ੍ਰਾਫੀ ਤੇ ਆਪਾਂ ਪੂਰਾ ਜ਼ੋਰ ਦੇਣਾ, ਠੀਕ ਹੈ ਜੀ। ਚਲੋ ਫਿਰ ਇਹਦੇ ਨਾਲ ਹੀ ਆਪਾਂ ਹੁਣ ਆਪਣਾ ਸੈਸ਼ਨ ਅੱਜ ਐਂਡ ਕਰਦੇ ਹਾਂ। ਆਈ ਹੋਪ ਤੁਹਾਨੂੰ ਵਧੀਆ ਲੱਗੂਗਾ। ਚਲੋ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।